किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 8वें कांड का 11वां भाग डेरावाद की प्रसिद्धता। वाहिगुरू जी का खालसा वाहिगुरू जी की फतेह। ज्ञान सिंह। हुक्म नहीं जी, बेनती इस प्रकार है कि सिख मिशनरी कालज लुधियाना वालियां ने डेरावाद अथवा गुरु डम विरुद्ध एक छोटी जी पुस्तक मुफ्त वंडी है। एक दिन संत राम सिंह दे डेरे एक सेवादार वो पुस्तक पढ़ के सुना रहा सी। सारे सेवादार उस पुस्तक का एक तरह नाल मौजू उड़ा रहे सन। तर्क ये की जा रही सी कि इन्हां वड्डे विद्वानां नूं कोई भला मानस पुछे कि जे सर्बशक्तिमान वाहिगुरू नूं डेरावाद चंगा ना लगदा होवे तां इस नूं बंद ना कर देवे। इन्हां डेरेदारां दे सारे काम पुट्ठे पाउणे आरंभ कर देवे। आपे लोक इन्हां दा पिछा छड्ड देण। ये तां सगों जिथे जांदे हन सोभा खट के मुड़दे हन। आखे पता नहीं जिहड़ा 2 ਅੱਖਰ पढ़ लैंदा है ਉਹੀ ਸੰਤਾਂ ਮਹਾਂਪੁਰਖਾਂ ਦਾ ਨਿੰਦਕ ਬਣ ਜਾਣ ਵਿੱਚ ਆਪਣੀ ਵਡਿਆਈ ਸਮਝਣ ਲੱਗ ਪੈਂਦਾ ਹੈ। ਅਤੇ ਨਾਲ ਇਹ ਵੀ ਸਾਬਤ ਕੀਤਾ ਜਾ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜੋਤ 9 ਪਾਤਸ਼ਾਹੀਆਂ ਵਿੱਚ ਵਿਚਰਦੀ ਸੀ ਉਹੀ ਜੋਤ ਸੰਤਾਂ ਮਹਾਂਪੁਰਖਾਂ ਵਿੱਚ ਆ ਜਾਂਦੀ ਹੈ। ਇਸ ਵਿੱਚ ਵੀ ਝੂਠ ਨਹੀਂ ਹੈ ਕਿ ਦਾਸ ਦਾ ਮਨ ਵੀ ਉਸ ਸਮੇਂ ਉਹਨਾਂ ਦੇ ਵਿਚਾਰਾਂ ਦਾ ਪੂਰਾ ਅਸਲ ਕਬੂਲ ਕਰ ਰਿਹਾ ਸੀ। ਸਗੋਂ ਦਾਸ ਵੀ ਅਸਲ ਵਿੱਚ ਉਹਨਾਂ ਦਾ ਸਮਰਥਕ ਹੀ ਸੀ। ਕਿਰਪਾ ਕਰਕੇ ਇਸ ਪੱਖ 'ਤੇ ਚਾਨਣਾ ਪਾਓ। ਗੁਰਦਿਆਲ ਸਿੰਘ। ਮੇਰੇ ਪਿਆਰੇ ਅਤੇ ਸੁਹਿਰਦ ਭਾਈ ਸਾਹਿਬ ਜੀਓ, ਫਿਰ ਤੁਹਾਡੀ ਸਾਰਿਆਂ ਦੀ ਇਹ ਤਰਕਵਾਦੀ ਵਿਚਾਰ ਪਰਮਾਤਮਾ ਕੋਲੋਂ ਨਿਰਾ ਡੇਰਾਵਾਦ ਬੰਦ ਕਰਾ ਦੇਣ ਤੱਕ ਹੀ ਕਿਉਂ ਅਟਕ ਗਈ? ਇਹ ਮੰਗ ਕਿਉਂ ਨਾ ਕੀਤੀ ਕਿ ਪਰਮਾਤਮਾ ਨੂੰ ਚਾਹੀਦਾ ਹੈ ਕਿ ਦੁਨੀਆ ਵਿੱਚ ਕਿਸੇ ਪ੍ਰਕਾਰ ਦਾ ਉਪੱਦਰ ਕਰਨ ਵਾਲੇ ਮਨੁੱਖ ਪੈਦਾ ਹੀ ਨਾ ਕਰੇ। ਚੋਰੀ, ਠੱਗੀ, ਬਲਾਤਕਾਰ, ਕਤਲ ਆਦਿ ਵਰਗਾ ਕੋਈ ਵੀ ਕੁਕਰਮ ਕਰਨ ਵਾਲੇ ਮਨੁੱਖ ਨੂੰ ਪੈਦਾ ਕਰਨਾ ਬੰਦ ਹੀ ਕਿਉਂ ਨਹੀਂ ਕਰ ਦਿੰਦਾ? ਅਤੇ ਪਰਮਾਤਮਾ ਨਾ ਹੀ ਉਹਨਾਂ ਸਿਆਸਤਦਾਨਾਂ ਨੂੰ ਪੈਦਾ ਹੋਣ ਦਿੰਦਾ ਜਿਹੜੇ ਜੰਗਾਂ ਛੇੜ ਕੇ ਲੋਕਾਂ ਦਾ ਸਰਬਨਾਸ਼ ਕਰਨ ਦਾ ਸਬੱਬ ਬਣਦੇ ਹਨ। ਧਰਤੀ ਉੱਤੇ ਸਦਾ ਨੇਕ ਮਨੁੱਖ ਹੀ ਜੰਮਦੇ, ਨਾ ਕੋਈ ਪਾਪ ਹੁੰਦਾ, ਨਾ ਹੀ ਪਾਪਾਂ ਦੇ ਕਿਸੇ ਕਥਿਤ ਭਾਰ ਦੇ ਦੁੱਖ ਕਾਰਨ ਧਰਤੀ ਮਾਂ ਨੂੰ ਭਗਵਾਨ ਕੋਲ ਫਰਿਆਦੀ ਹੋਣਾ ਪੈਂਦਾ, ਨਾ ਹੀ ਧਰਤੀ ਦਾ ਭਾਰ ਹਲਕਾ ਕਰਨ ਲਈ ਭਗਵਾਨ ਵਿਸ਼ਨੂੰ ਅਵਤਾਰ ਲੈ ਕੇ ਆਉਂਦੇ, ਨਾ ਹੀ ਈਸਾ ਜੀ ਆਉਂਦੇ, ਨਾ ਮੁਹੰਮਦ ਜੀ ਨੂੰ ਆਉਣ ਦੀ ਲੋੜ ਹੁੰਦੀ। ਧਰਮ ਅਸਥਾਨ ਬਣਾਉਣ ਦੀ ਵੀ ਫਿਰ ਕਿਹੜੀ ਲੋੜ ਪੈਣੀ ਸੀ? ਹਰ ਪਾਸੇ ਨੇਕੀ ਹੀ ਨੇਕੀ ਦਾ ਵਾਤਾਵਰਣ ਹੁੰਦਾ। ਨਾ ਦੁਖੀਆਂ ਦਾ ਰੋਣਾ, ਨਾ ਖੁਸ਼ੀਆਂ ਦੇ ਹਾਸੇ, ਨਾ ਅਫਸੋਸ ਕਰਨ ਵਾਲਿਆਂ ਦੇ ਇਕੱਠ ਅਤੇ ਨਾ ਖੁਸ਼ੀਆਂ ਦੇ ਮੇਲੇ, ਨਾ ਝਗੜੇ, ਨਾ ਸੁਲ੍ਹਾ, ਨਾ ਪੁਲਿਸ ਅਤੇ ਨਾ ਜੱਜ। ਗੱਲ ਕੀ ਹਰ ਪਾਸੇ ਅਡੋਲ ਸ਼ਾਂਤੀ ਹੀ ਸ਼ਾਂਤੀ ਦੀ ਚੁੱਪ ਦਾ ਰਾਜ ਹੁੰਦਾ। ਗਿਆਨ ਸਿੰਘ ਜੀ, ਤੁਸਾਂ ਸਿੱਧੀ ਕਬਰਸਤਾਨ ਵਰਗੀ ਚੁੱਪ ਅਤੇ ਉਜਾੜ ਦਾ ਵਾਤਾਵਰਣ ਹੀ ਕਿਉਂ ਨਾ ਮੰਗ ਲਿਆ? ਗਿਆਨ ਸਿੰਘ। ਆਪ ਜੀ ਦਾ ਇਸ਼ਾਰਾ ਭਾਵੇਂ ਬੜਾ ਅਰਥ ਭਰਪੂਰ ਹੈ, ਪਰ ਇਹ ਵੀ ਤਾਂ ਸੋਚਿਆ ਨਹੀਂ ਜਾ ਸਕਦਾ ਕਿ ਇਹ ਡੇਰਾਵਾਦ ਅਥਵਾ ਹੋਰ ਸਾਰਾ ਕੁਝ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਹੀ ਵਾਪਰ ਰਿਹਾ ਹੈ। ਇਹ ਕੁੰਡੀ ਜ਼ਰਾ ਖੋਲ੍ਹ ਕੇ ਸਮਝਾਉਣ ਦੀ ਖੇਚਲ ਕਰ ਦਿਓ। ਗੁਰਦਿਆਲ ਸਿੰਘ। ਪਹਿਲਾਂ ਇਹ ਫੈਸਲਾ ਕਰ ਲਈਏ ਕਿ ਤੁਹਾਡੇ ਖਿਆਲ ਵਿੱਚ ਪਰਮਾਤਮਾ ਨੇ ਕਈ ਭੁੱਲਾਂ ਵੀ ਕੀਤੀਆਂ ਹਨ, ਅਥਵਾ ਕੀ ਮਨੁੱਖ ਵਾਂਗ ਅਕਾਲ ਪੁਰਖ ਵੀ ਭੁੱਲੜ ਹੀ ਹੈ? ਗਿਆਨ ਸਿੰਘ। ਨਾ ਜੀ, ਅਜਿਹਾ ਸੋਚਣਾ ਵੀ ਪਾਪ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪੰਨਾ 61। ਗੁਰੂ ਅਤੇ ਕਰਤਾਰ ਕਦੇ ਭੁੱਲ ਨਹੀਂ ਕਰਦੇ। ਗੁਰਦਿਆਲ ਸਿੰਘ। ਤੁਹਾਡੇ ਇਸ ਪਤੇ ਵਿੱਚ ਅਜੇ ਕਚਿਆਈ ਹੈ। ਤਦੇ ਹੀ ਤੁਸਾਂ ਡੇਰੇ ਦੇ ਸੇਵਾਦਾਰਾਂ ਦੇ ਰੱਬੀ ਪ੍ਰਬੰਧ 'ਤੇ ਟਿੱਪਣੀ ਕੀਤੀ ਸੀ ਕਿ ਅਜਿਹਾ ਕਰਕੇ ਇੱਕ ਤਰ੍ਹਾਂ ਨਾਲ ਤੁਸੀਂ ਪਰਮਾਤਮਾ ਨੂੰ ਭੁੱਲੜ ਸਿੱਧ ਨਹੀਂ ਸੀ ਕਰ ਰਹੇ। ਗਿਆਨ ਸਿੰਘ। ਇਸ ਦਾ ਅਰਥ ਤਾਂ ਇਹ ਹੈ ਕਿ ਸਾਰਾ ਜਗਤ ਹੀ ਕਰਤਾਰ ਨੂੰ ਭੁੱਲੜ ਮੰਨੀ ਜਾ ਰਿਹਾ ਹੈ। ਕਿਸੇ ਸੰਬੰਧੀ ਦੀ ਮੌਤ ਕਾਰਨ ਜਾਂ ਅਚਨਚੇਤ ਆਪ ਹੀ ਕਿਸੇ ਮੁਸੀਬਤ ਕਾਰਨ ਲਗਭਗ ਸਾਰੇ ਵਾਹਿਗੁਰੂ ਨੂੰ ਹੀ ਮਿਹਣੇ ਮਾਰ ਰਹੇ ਹੁੰਦੇ ਹਨ। ਰੱਬ ਨੂੰ ਏਡਾ ਜ਼ੁਲਮ ਨਹੀਂ ਸੀ ਕਰਨਾ ਚਾਹੀਦਾ। ਰੱਬ ਨੂੰ ਮੇਰਾ ਘਰ ਹੀ ਲੱਭਾ ਸੀ ਕਹਿ ਢਾਉਣ ਨੂੰ। ਮੇਰਾ ਇੱਕੋ ਇੱਕ ਜਵਾਨ ਪੁੱਤਰ ਮਾਰਨ ਵਾਲਿਆ ਰੱਬਾ, ਤੇਰਾ ਕੱਖ ਨਾ ਰਹੇ ਆਦ। ਅਜਿਹਾ ਕੁਝ ਕਹਿ ਕੇ ਰੱਬ ਨੂੰ
ਪਤਾਰ ਰਹੇ ਹੁੰਦੇ ਹਨ। ਇਹ ਸਭ ਕੁਝ ਆਖਰ ਇਸੇ ਖਿਆਲ ਨਾਲ ਹੀ ਹੁੰਦਾ ਹੈ ਕਿ ਅਜਿਹੇ ਧੱਕੇ ਜਾਂ ਭੁੱਲਾਂ ਵਾਹਿਗੁਰੂ ਹੀ ਕਰਦਾ ਹੈ। ਗੁਰਦਿਆਲ ਸਿੰਘ। ਗਿਆਨ ਸਿੰਘ ਜੀ, ਅਵਲ ਤਾਂ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਉਹਨਾਂ ਸਾਰਿਆਂ ਨਿਤਨੇਮੀਆਂ ਦੀ ਹਾਲਤ ਤਰਸਯੋਗ ਹੈ ਜਿਨ੍ਹਾਂ ਦੇ ਵਿਚਾਰ ਇਸ ਪ੍ਰਕਾਰ ਦੇ ਹਨ, ਪਰ ਖਾਸ ਕਰਕੇ ਆਪ ਜੀ ਵਰਗੇ ਸੂਝਵਾਨ ਨਿਤਨੇਮੀ ਦਾ ਅਜਿਹੇ ਸ਼ੰਕਿਆਂ ਦਾ ਸਮਰਥਕ ਹੋਣਾ ਬੜੀ ਹੈਰਾਨੀ ਵਾਲੀ ਗੱਲ ਹੈ। ਜਪਜੀ ਸਾਹਿਬ ਦੀ 16ਵੀਂ ਪੌੜੀ ਤੋਂ 19ਵੀਂ ਪੌੜੀ ਦੀਆਂ ਅੰਤਲੀਆਂ ਤੁਕਾਂ ਵੱਲ ਜੇ ਸਾਰੇ ਨਿਤਨੇਮੀ ਧਿਆਨ ਦੇਣ ਤਾਂ ਵਾਹਿਗੁਰੂ ਦੀ ਕਾਰ ਨੂੰ ਸੱਤ ਕਰਕੇ ਮੰਨਣ ਤੋਂ ਵੱਖਰੀ ਕੋਈ ਭਾਵਨਾ ਆਪਣੇ ਹਿਰਦੇ ਵਿੱਚ ਕਦੇ ਆਉਣ ਹੀ ਨਾ ਦੇਣ। ਉਹ ਤੁਕਾਂ ਦਾਸ ਯਾਦ ਕਰਾ ਦਿੰਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪੌੜੀ ਨੰਬਰ 16 ਤੋਂ 19 ਤੱਕ। ਗਿਆਨ ਸਿੰਘ। ਵਾਕਿਆ ਹੀ ਅਸੀਂ ਪਾਠ ਕਰਨ ਦੀ ਰਸਮ ਪੂਰੀ ਕਰਕੇ ਪੱਕੇ ਸਿੱਖ ਬਣੀ ਫਿਰਦੇ ਹਾਂ। ਗੁਰਬਾਣੀ ਤੋਂ ਗਿਆਨ ਲੈਣ ਦੀ ਗੱਲ ਮੁੱਕ ਚੁੱਕੀ ਹੈ। ਕਿਰਪਾ ਕਰੋ ਸਾਰਾ ਭੇਤ ਵਿਸਥਾਰ ਨਾਲ ਸਮਝਾ ਦਿਓ, ਕਿਸੇ ਹੋਰ ਸੁਣਨ ਵਾਲੇ ਦਾ ਵੀ ਭਲਾ ਹੋਵੇਗਾ। ਗੁਰਦਿਆਲ ਸਿੰਘ। ਦਾਸ ਨੇ ਤਾਂ ਇਨਕਾਰ ਕੀਤਾ ਹੀ ਨਹੀਂ, ਗੁਰਬਾਣੀ ਦੇ ਪਾਠ ਵੱਲ ਧਿਆਨ ਹੀ ਦਿਵਾਇਆ ਹੈ। ਹਾਂ, ਤੇ ਆਪ ਜੀ ਨੇ ਗੁਰਬਾਣੀ ਦੀ ਜਿਹੜੀ ਤੁਕ ਬੋਲੀ ਸੀ ਉਸ ਦੇ ਨਾਲ ਹੀ ਇਹ ਫਰਮਾਨ ਵੀ ਧਿਆਨ ਵਿੱਚ ਰੱਖੋ ਕਿ ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਪੰਨਾ 1344। ਗੁਰਦੇਵ ਜੀ ਦੇ ਇਹਨਾਂ ਬਚਨਾਂ ਤੋਂ ਸਾਨੂੰ ਵਿਸ਼ਵਾਸ ਹੋ ਜਾਣਾ ਚਾਹੀਦਾ ਹੈ ਕਿ ਭੁੱਲਾਂ ਸਿਰਫ ਮਨੁੱਖ ਹੀ ਕਰਦਾ ਹੈ, ਕਾਦਰ ਅਥਵਾ ਉਸ ਦੀ ਕੁਦਰਤ ਅਭੁੱਲ ਹੈ। ਫਿਰ ਇੱਕ ਭੁੱਲੜ ਮਨੁੱਖ ਅਭੁੱਲ ਪਰਮਾਤਮਾ ਨੂੰ ਉਸ ਦੀ ਕਿਸੇ ਅਣਹੋਣੀ ਗੱਲ ਦਾ ਚੇਤਾ ਕਿਉਂ ਕਰਾਏ। ਆਖਣ ਤਾ ਕੋ ਜਾਈਐ ਜੇ ਭੁੱਲੜਾ ਹੋਈ, ਜੇ ਹੋਏ ਭੁੱਲਾ ਜਾਏ ਕਹੀਏ, ਆਪ ਕਰਤਾ ਕਿਉਂ ਭੁੱਲੈ। ਪੰਨਾ 766। ਜਿਸ ਸ਼ਕਤੀ ਜਾਂ ਵਿਅਕਤੀ ਦੀ ਪੂਜਾ ਕਰਦੇ ਹੋਏ ਉਸ ਦੇ ਅੱਗੇ ਡੰਡੌਤਾਂ ਕਰਦੇ ਹੋਈਏ, ਫਿਰ ਉਸੇ ਤੇ ਕਿੰਤੂ ਕਰਨਾ ਸਖਤ ਬਦਕਿਸਮਤੀ ਹੁੰਦੀ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਪੰਨਾ 474। ਕਾਦਰ ਦੀ ਰਚਨਾ ਨੂੰ ਨਿੰਦਣਾ ਬੜੀ ਵੱਡੀ ਭੁੱਲ ਹੈ। ਨਿੰਦੋ ਨਾਹੀ ਕਾਹੂ ਬਾਤੈ, ਇਹ ਖਸਮ ਕਾ ਕੀਆ। ਪੰਨਾ 611। ਕਿਉਂਕਿ ਪੂਰੇ ਕਰਤਾਰ ਦਾ ਕੀਤਾ ਹਰ ਕੰਮ ਹਰ ਪੱਖੋਂ ਪੂਰਾ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਪੰਨਾ 1412। ਇਸ ਲਈ ਪ੍ਰਮਾਤਮਾ ਦੇ ਕੰਮਾਂ ਵਿੱਚ ਦਰੁਸਤੀ ਕਰਨ ਵਾਲੀ ਖੋਟੀ ਝਾਕ ਮਾਰਨੀ ਬੜੀ ਵੱਡੀ ਭੁੱਲ ਹੈ। ਆਓ ਹੁਣ ਵਿਚਾਰੀਏ ਕਿ ਅਕਾਲ ਪੁਰਖ ਪਾਪੀਆਂ ਨੂੰ ਪ੍ਰਫੁੱਲਤ ਹੋਣ ਤੋਂ ਕਿਉਂ ਨਹੀਂ ਰੋਕਦਾ, ਜਾਂ ਅਜਿਹੇ ਠੱਗਾਂ ਦੇ ਡੇਰੇ ਵਿੱਚ ਕੋਈ ਬਰਕਤ ਕਿਉਂ ਪੈਣ ਦਿੰਦਾ ਹੈ। ਇਸ ਭੇਦ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਕਾਦਰ ਦੀ ਕੁਦਰਤ ਦੀ ਵੱਖ-ਵੱਖ ਨਿਯਮ ਠੀਕ ਤਰ੍ਹਾਂ ਸਮਝਣੇ ਹੋਣਗੇ। ਉਹ ਇਸ ਤਰ੍ਹਾਂ ਹਨ। ਊੜਾ। ਆਪਣੀ ਯਾਦ ਵਿੱਚ ਰੱਖਣ ਵਾਲੀ ਪਹਿਲੀ ਗੱਲ ਇਹ ਹੈ ਕਿ ਪਰਮਾਤਮਾ ਦੀ ਇਹ ਸਾਰੀ ਰਚਨਾ ਉਸ ਦਾ ਰਚਿਆ ਇੱਕ ਤਮਾਸ਼ਾ ਹੈ, ਇੱਕ ਖੇਲ ਹੈ। ਓਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਪੰਨਾ 1061। ਅਤੇ ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾਂ, ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਪੰਨਾ 434। ਸੰਸਾਰ ਰਚਨਾ ਨੂੰ ਖੇਡ ਸਮਝਣ ਤੋਂ ਵਿਸ਼ੇਸ਼ ਸਿੱਖਿਆ ਇਹ ਲੈਣੀ ਹੈ ਕਿ ਜਿਵੇਂ ਖੇਡ ਵਿਚਲੇ ਕਿਸੇ ਪਾਤਰ ਨਾਲ ਜਾਂ ਖੇਡ ਦੇ ਮੈਦਾਨ ਨਾਲ ਆਰਜੀ ਜਿਹਾ ਮੋਹ ਹੁੰਦਾ ਹੈ ਅਤੇ ਖੇਡ ਸਮਾਪਤ ਹੁੰਦਿਆਂ ਹੀ ਸਾਰਾ ਮੋਹ ਤੋੜ ਤਾੜ ਕੇ ਖੁਸ਼ੀਆਂ ਨਾਲ ਹੱਸਦਾ ਖੇਡਦਾ ਹਰ ਇੱਕ ਦਰਸ਼ਕ ਆਪਣੇ ਘਰ ਨੂੰ ਤੁਰ ਪੈਂਦਾ। ਇਸੇ ਤਰ੍ਹਾਂ ਹੀ ਜਗਤ ਦਾ ਤਮਾਸ਼ਾ ਜਦੋਂ ਕਿਸੇ ਲਈ ਮੁੱਕਣ 'ਤੇ ਆਏ, ਉਸ ਸਮੇਂ ਹੀ ਸਾਰੇ ਮੋਹ ਤੋੜ ਕੇ ਪ੍ਰਾਣੀ ਨੂੰ ਆਪਣੇ ਅਸਲ ਘਰ ਜਿੱਥੋਂ ਆਇਆ ਸੀ ਵੱਲ ਨੂੰ ਖੁਸ਼ੀਆਂ ਨਾਲ ਪਰਤਣਾ ਚਾਹੀਦਾ ਹੈ। ਨਟੂਐ ਸਾਂਗ ਬਣਾਇਆ ਬਾਜੀ ਸੰਸਾਰਾ, ਖਿਨ ਪਲ ਬਾਜੀ ਦੇਖੀਏ, ਉਜਰਤ ਨਹੀਂ ਬਾਰਾ। ਪੰਨਾ 422। ਹੈੜਾ। ਖੇਡ ਦੇ ਕੁਝ ਨਿਯਮ ਬਣੇ ਹੋਏ ਹੁੰਦੇ ਹਨ। ਬਿਨਾਂ ਕਿਸੇ ਕਿੰਤੂ ਦੇ ਖਿਡਾਰੀ ਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ, ਨਹੀਂ ਤਾਂ ਖਿਡਾਰੀ ਉਸ ਖੇਡ ਨੂੰ ਨਹੀਂ ਖੇਡ ਸਕਦਾ। ਇਸੇ ਤਰ੍ਹਾਂ ਹੀ ਸੰਸਾਰ ਦੀ ਇਹ ਖੇਡ ਇੱਕ ਅਟੱਲ ਨਿਯਮ ਵਿੱਚ ਬੱਝੀ ਅਰਬਾਂ ਖਰਬਾਂ ਸਾਲਾਂ ਤੋਂ ਇੱਕਸਾਰ ਚੱਲ ਰਹੀ ਹੈ। ਪ੍ਰਭੂ ਦੇ ਕਿਸੇ ਨਿਯਮ ਨੂੰ ਵੀ ਕੋਈ ਹੋਰ ਸ਼ਕਤੀ ਭੰਗ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਵਿਅਕਤੀ
ਕੁਦਰਤ ਦੇ ਕਿਸੇ ਵਿਧਾਨ ਨੂੰ ਤੋੜ ਸਕਦਾ ਹੈ। ਪ੍ਰਭੂ ਦੀ ਸੰਸਾਰ ਰਚਨਾ ਵਾਲੀ ਖੇਡ ਵਿੱਚ ਕਿਸੇ ਦੂਜੇ ਦਾ ਕੋਈ ਦਖਲ ਨਹੀਂ ਹੈ। ਕੁਦਰਤ ਦੇ ਇਸ ਅਟਲ ਨਿਯਮ ਨੂੰ ਗੁਰਦੇਵ ਜੀ ਨੇ ਹੁਕਮ ਭਾਣਾ ਸੰਜੋਗ ਵਿਜੋਗ ਦੋਇ ਕਾਰ ਚਲਾਵੇਂ, संजोग विजोग उपायन सृष्टि का मूल रचाया, पन्ना 509। जो किश वरते सब तेरा भाणा, हुक्म बूझे सो सच समाना, पन्ना 193। हर कै भाणे सलाइए भाणे मन्निया सुख होई, पन्ना 365। इस हुक्म नूं संजोग विजोग कहा है, हुक्मी हुक्म चलाए राह, जपजी साहिब। हुक्मे अंदर सब को, बाहर हुक्म ना कोई, जपजी साहिब। इस सच्चाई नूं बुझ लैण नाल हौमे भेजी स्वार्थी गल मनुख कदे नहीं कर सकदा। नानक हुक्मे जे बुझै तां हौमे कहे ना कोई, जपजी। ते फिर जद हौमे बूझे तां दर सूझे, पन्ना 466। भाव हुक्म की पछाण हो जानी ही प्रभु की पछाण है, अथवा प्रभु नाल मिलाप है। प्रभु के हुक्म विच किंतु करने प्रभु तो दूरी की निशानी है। ਏਡੀ ਮਨੁੱਖਾ ਜੂਨ ਹੋਰ ਸਾਰੀਆਂ ਜੂਨਾਂ ਵਿੱਚੋਂ ਸ੍ਰੇਸ਼ਟ ਹੈ। ਇਹ ਜੂਨ ਦੁਰਲੱਭ ਹੈ। ਇਸੇ ਦੇ ਆਸਰੇ ਹੀ ਜੀਵ ਆਤਮਾ ਜੀਵਨ ਮਰਨ ਦੇ ਚੱਕਰ ਵਿੱਚੋਂ ਨਿਕਲ ਕੇ ਪਰਮ ਸ਼ਕਤੀ ਵਿੱਚ ਲੀਨ ਹੋ ਸਕਦਾ ਹੈ। ਧਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਲ ਲਿਓ, ਪੰਨਾ 382। ਇਸ ਦੁਰਲੱਭ ਦੇਹ ਵਾਲੇ ਸਮੇਂ ਵਿੱਚ ਭਾਵ ਸਾਰੀ ਉਮਰ ਦੇ ਸਮੇਂ ਵਿਕਾਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਤ੍ਰਿਗਦ ਜੋਨ ਅਚੇਤ ਸੰਭਵ ਪੁਨ ਪਾਪ ਅਸੋਚ, ਮਨੁੱਖਾ ਅਵਤਾਰ ਦੁਲੱਭ ਤੇਹੀ ਸੰਗਤ ਪੋਚ, ਪੰਨਾ 486। ਸੱਸਾ ਕਿਸੇ ਕਰਮ ਦੇ ਕਰਨ ਵਿੱਚ ਮਨੁੱਖ ਨੂੰ ਆਜ਼ਾਦੀ ਹੈ। ਭਾਵ ਪ੍ਰਭੂ ਮਨੁੱਖ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦਿੰਦਾ। ਇਸ ਲਈ ਜਗਤ ਖੇਡ ਦਾ ਇਹ ਵੀ ਪੱਕਾ ਨਿਯਮ ਹੈ ਕਿ ਚੰਗੇ ਮਾੜੇ ਕਰਮ ਅਥਵਾ ਪਾਪ ਪੁੰਨ ਦੀ ਸਾਰੀ ਜ਼ਿੰਮੇਵਾਰੀ ਮਨੁੱਖ 'ਤੇ ਹੈ। ਕਿਸੇ ਮਾੜੀ ਘਟਨਾ ਕਾਰਨ ਪਰਮਾਤਮਾ ਨੂੰ ਦੋਸ਼ ਦੇਣਾ ਅਗਿਆਨਤਾ ਹੈ, ਕਿਉਂਕਿ ਚੰਗੇ ਅਤੇ ਮੰਦੇ ਕਰਮ ਮਨੁੱਖ ਦੇ ਆਪਣੇ ਹੀ ਕੀਤੇ ਹੁੰਦੇ ਹਨ। ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ, ਦੁਕਰਤ ਸੁਕਰਤ ਥਾਰੋ ਕਰਮਰੀ, ਪੰਨਾ 695। ਮਨੁੱਖ ਜਾਣਦਾ ਬੁੱਝਦਾ ਆਪਣੀ ਮਰਜ਼ੀ ਨਾਲ ਕੁਕਰਮ ਕਰਦਾ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਪੰਨਾ 1376। ਇੱਕ ਨਿਯਮ ਇਹ ਵੀ ਹੈ ਕਿ ਪ੍ਰਭੂ ਨੇ ਮਨੁੱਖ ਦੇ ਅੰਦਰ ਆਪਣਾ ਅੰਸ਼ ਰੱਖਿਆ ਹੋਇਆ ਹੈ, ਜੋ ਮਨੁੱਖ ਦੇ ਅੰਦਰੋਂ ਚੰਗੇ ਮਾੜੇ ਕਰਮ ਦੀ ਚੇਤਾਵਨੀ ਦਿੰਦਾ ਹੈ। ਅਕਾਲ ਪੁਰਖ ਦੀ ਉਸ ਆਵਾਜ਼ ਨੂੰ ਪਵਿੱਤਰ ਅਤੇ ਨੇਕ ਆਤਮਾ ਵਾਲਾ ਮਨੁੱਖ ਪ੍ਰਤੱਖ ਰੂਪ ਵਿੱਚ ਸੁਣਦਾ ਹੈ ਅਤੇ ਅਜਿਹਾ ਉੱਤਮ ਮਨੁੱਖ ਸਦਾ ਪ੍ਰਭੂ ਦੇ ਹੁਕਮ ਵਿੱਚ ਹੀ ਵਿਚਰਦਾ ਹੈ। ਅਜਿਹਾ ਸਚਿਆਰ ਸਤਿਪੁਰਖ ਫਿਰ ਬੋਲ ਵੀ ਉਹੀ ਬੋਲਦਾ ਹੈ ਜਿਹੜੇ ਅੰਦਰ ਵਸਦੇ ਸੱਚ ਤੋਂ ਆ ਰਹੇ ਹੁੰਦੇ ਹਨ। ਉਸ ਦਾ ਆਪਾ ਭਾਵ ਮੁੱਕ ਕੇ ਅੰਦਰ ਦੇ ਸੱਚ ਵਿੱਚ ਸਮਾ ਚੁੱਕਾ ਹੁੰਦਾ ਹੈ। ਅਜਿਹੇ ਹੀ ਸਤਿਪੁਰਖ ਨੇ ਆਪਣੇ ਅੰਦਰ ਦੀ ਹਾਲਤ ਦੱਸਦਿਆਂ ਬਚਨ ਕੀਤਾ ਹੈ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ, ਪੰਨਾ 763। ਮਲੀਨ ਆਤਮਾ ਅਥਵਾ ਮੈਲੇ ਆਚਰਨ ਵਾਲਾ ਮਨੁੱਖ ਅੰਦਰ ਦੀ ਅਜਿਹੀ ਚੇਤਾਵਨੀ ਜਾਂ ਅਜਿਹਾ ਰੱਬੀ ਸੁਨੇਹਾ ਸੁਣ ਸਕਣ ਦੀ ਸ਼ਕਤੀ ਗਵਾ ਲੈਂਦਾ ਹੈ। ਕਈ ਮਨੁੱਖ ਭਾਣਾ ਵਰਤ ਚੁੱਕਣ ਦੇ ਪਿੱਛੋਂ ਆਪਣੇ ਮੂੰਹੋਂ ਇਉਂ ਕਹਿੰਦੇ ਸੁਣੇ ਜਾ ਸਕਦੇ ਹਨ, ਮੇਰਾ ਦਿਲ ਤੇ ਨਹੀਂ ਸੀ ਮੰਨਦਾ, ਪਰ ਪਤਾ ਨਹੀਂ ਕਿਉਂ ਮੈਂ ਫਿਰ ਵੀ ਨਾ ਰੁਕਿਆ, ਅਥਵਾ ਮੇਰੇ ਅੰਦਰੋਂ ਆਵਾਜ਼ ਤੇ ਆਉਂਦੀ ਸੀ ਕਿ ਇਹ ਕੰਮ ਮਾੜਾ ਹੈ, ਪਰ ਮੇਰੇ ਸਿਰ ਤੇ ਬਦਲੇ ਦਾ ਭੂਤ ਸਵਾਰ ਸੀ, ਹੁਣ ਪਛਤਾਇਆ ਕੀ ਹੁੰਦਾ ਹੈ। ਇਸ ਵਿਚਾਰ ਦਾ ਭਾਵ ਇਹ ਹੈ ਕਿ ਪਰਮਾਤਮਾ ਦੇ ਅਟਲ ਨਿਯਮ ਅਨੁਸਾਰ ਜਿੱਥੇ ਕਿਸੇ ਮਨੁੱਖ ਦੇ ਕਿਸੇ ਕਰਮ ਵਿੱਚ ਕੋਈ ਦਖਲ ਨਹੀਂ ਦਿੱਤਾ ਜਾਂਦਾ, ਉੱਥੇ ਅਜਿਹਾ ਨਿਯਮ ਵੀ ਰੱਖਿਆ ਹੈ ਕਿ ਜੇ ਕੋਈ ਸੁਪੁੱਤਰ ਭਾਣੇ ਅਥਵਾ ਹੁਕਮ ਦੀ ਕਾਰ ਨੂੰ ਸਮਝ ਲਵੇ ਤਾਂ ਉਸ ਦੀ ਵੀ ਸੁੱਖ ਦੀ ਪ੍ਰਾਪਤੀ ਕਰ ਸਕੇ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ, ਪੰਨਾ 440। ਜੇ ਕੋਈ ਡੇਰੇਦਾਰ ਸਾਧ ਠੱਗੀਆਂ ਮਾਰਨ ਵਾਲੀ ਰੁਚੀ ਤਿਆਗ ਕੇ ਅਤੇ ਹਉਮੈ ਵਧਾਉਣ ਵਾਲੀ ਸਾਧ ਗੱਦੀ ਤੋਂ ਥੱਲੇ ਉਤਰ ਕੇ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਸਿੱਖ ਜਾਵੇ ਤਾਂ ਉਸ ਦੀ ਵੀ ਕਲਿਆਣ ਹੋ ਸਕਦੀ ਹੈ। ਉਂਝ ਉਸ ਦੀਆਂ ਕਰਤੂਤਾਂ ਵਿੱਚ ਰੱਬ ਨੇ ਸਿੱਧਾ ਦਖਲ ਕੋਈ ਨਹੀਂ ਦੇਣਾ। ਉਸ ਦੇ ਚੰਗੇ ਮਾੜੇ ਕਰਮਾਂ ਦੀ ਪੜਤਾਲ
ਉਸ ਸੱਚੇ ਪ੍ਰਭੂ ਦੇ ਸੱਚੇ ਦਰਬਾਰ ਵਿੱਚ ਹੋ ਸਕਦੀ ਹੈ ਅਤੇ ਉਸ ਦਰਬਾਰ ਵਿੱਚ ਗਿਆ ਇਸ ਦੇ ਆਚਰਨ ਦੇ ਲੁਕਵੇਂ ਪੱਖ ਦੇ ਕੱਚ ਅਤੇ ਪੱਕ ਦੀ ਪਰਖ ਹੋ ਜਾਣੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕੱਚ ਪਕਾਈ ਓਥੇ ਪਾਏ, ਨਾਨਕ ਗਿਆ ਜਾਪੈ ਜਾਏ। ਜਪ ਜੀ। ਹਾਹਾ। ਅਕਾਲ ਪੁਰਖ ਨਿਰਵੈਰ ਹੈ ਅਤੇ ਸਾਰੇ ਹੀ ਜੀਵਾਂ ਨਾਲ ਮਾਤਾ ਪਿਤਾ ਵਾਂਗ ਇੱਕੋ ਜਿਹਾ ਵਰਤਦਾ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਸੁਖਮਣੀ। ਸਾਡੇ ਕੰਮਾਂ ਵਿੱਚ ਦਖਲ ਨਾ ਦੇਣਾ ਵੀ ਚੰਗੇ ਮਾਤਾ ਪਿਤਾ ਵਾਲਾ ਹੀ ਧਰਮ ਨਿਯਮ ਹੈ। ਪੁੱਤਰ ਨੂੰ ਚੰਗੀ ਵਿਦਿਆ ਦੇ ਕੇ ਮਾਤਾ ਪਿਤਾ ਫਿਰ ਉਸਦੇ ਕਿਸੇ ਕੰਮ ਵਿੱਚ ਦਖਲ ਨਹੀਂ ਦਿੰਦੇ। ਉਹ ਆਪਣਾ ਕਿੱਤਾ ਲੱਭਣ ਵਿੱਚ ਅਤੇ ਉਸ ਨੂੰ ਕਰਨ ਵਿੱਚ ਆਜ਼ਾਦ ਹੁੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਹੋਰ ਸਾਰੀਆਂ ਜੂਨਾਂ ਨਾਲੋਂ ਅਲੋਕਾਰ ਦਿਮਾਗ ਅਤੇ ਮਨ ਦੀ ਉਚੇਚੀ ਦਾਤ ਦੇ ਕੇ ਇਸ ਨੂੰ ਕਰਮ ਕਰਨ ਲਈ ਆਜ਼ਾਦ ਕਰ ਦਿੱਤਾ ਹੈ। ਮਨੁੱਖ ਦੇ ਸਿਵਾ ਹੋਰ ਕਿਸੇ ਜੀਵ ਕੋਲ ਮਨ ਨਹੀਂ ਹੈ। ਇਸੇ ਮਨ ਦੇ ਕਾਰਨ ਇਸ ਨੂੰ ਮਨੁੱਖ ਕਿਹਾ ਹੈ। ਅਜਿਹੇ ਨਿਯਮਾਂ ਵਾਲਾ ਪ੍ਰਭੂ ਫਿਰ ਉਚੇਚੇ ਤੌਰ 'ਤੇ ਡੇਰੇਦਾਰਾਂ ਦੇ ਕੰਮਾਂ ਵਿੱਚ ਦਖਲ ਕਿਉਂ ਦੇਵੇ? ਗੁਰਮਤਿ ਨੂੰ ਤਿਆਗ ਕੇ ਆਪਣੇ ਮਨ ਆਈਆਂ ਕਰਨ ਵਾਲੇ ਇਹ ਅਨੋਖੇ ਬ੍ਰਹਮ ਗਿਆਨੀ ਵਿਦਿਆ ਮਾਰਤੰਡ ਕੀ ਠੀਕ ਹੀ ਵਿਦਵਾਨ ਹਨ ਕਿ ਜਾਂ ਇਹ ਵਾਸਤਵ ਵਿੱਚ ਮਹਾ ਅਗਿਆਨੀ ਹਨ? ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਆਪ ਹੁਦਰੀਆਂ ਕਰਦੇ ਰਹਿਣ ਕਾਰਨ ਇਹਨਾਂ ਭੇਖੀਆਂ ਨੂੰ ਕਰੜੀ ਮਾਰ ਪੈਣੀ ਹੈ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ, ਮੂੰਹ ਚੱਲੇ ਸੋ ਅੱਗੇ ਮਾਰੀਏ। ਪੰਨਾ 469। ਗਿਆਨ ਸਿੰਘ ਜੀ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੂੰ ਦਿਲ ਵਿੱਚ ਅਜਿਹੀ ਵਿਚਾਰ ਕਦੇ ਨਹੀਂ ਲਿਆਉਣੀ ਚਾਹੀਦੀ ਕਿ ਪਰਮਾਤਮਾ ਆਪਣੇ ਕਿਸੇ ਖਾਸ ਹੁਕਮ ਨਾਲ ਜਾਂ ਕਿਸੇ ਉਚੇਚੀ ਅਰਦਾਸ ਨੂੰ ਸੁਣ ਕੇ ਆਪਣੇ ਕਿਸੇ ਵਿਧਾਨ ਨੂੰ ਬਦਲਦਾ ਹੈ। ਹਰ ਕੋਈ ਜੀਵ ਆਪਣੇ ਹੀ ਕੀਤੇ ਕਰਮਾਂ ਦਾ ਚੰਗਾ ਜਾਂ ਮੰਦਾ ਫਲ ਖਾਂਦਾ ਹੈ। ਦੁਨੀਆ ਵਿੱਚ ਕੋਈ ਵੀ ਅਜਿਹਾ ਸਾਧ ਸੰਤ ਸਿੱਧ ਸਾਧਕ ਪੀਰ ਫਕੀਰ ਆਦਿ ਨਹੀਂ ਹੈ ਜੋ ਪਰਮਾਤਮਾ ਦਾ ਭਾਣਾ ਅਥਵਾ ਉਸ ਦਾ ਪੱਕਾ ਨਿਯਮ ਬਦਲ ਸਕੇ। ਅਕਾਲ ਪੁਰਖ ਨਾਲ ਇੱਕਮਿਕ ਹੋ ਚੁੱਕੇ ਸਤਿਪੁਰਖ ਅਥਵਾ ਗੁਰ ਪਰਮੇਸ਼ਰ ਦੀ ਨਿਸ਼ਾਨੀ ਇਹ ਹੈ ਕਿ ਉਸ ਨੂੰ ਭਾਵੇਂ ਤੱਤੀ ਲੋਹ 'ਤੇ ਬਿਠਾ ਕੇ ਕਬਾਬ ਕਰ ਦਿੱਤਾ ਜਾਵੇ, ਉਹ ਪ੍ਰਭੂ ਦੇ ਭਾਣੇ ਉਸ ਦੇ ਹੁਕਮ ਅਰਥਾਤ ਉਸ ਦੇ ਕਿਸੇ ਨਿਯਮ ਵਿੱਚ ਦਖਲ ਕਦੇ ਨਹੀਂ ਦਿੰਦਾ। ਅੱਗ ਨੂੰ ਠੰਡੀ ਹੋ ਜਾਣ ਦਾ ਹੁਕਮ ਕਦੇ ਨਹੀਂ ਦੇਵੇਗਾ। ਉਸ ਦੇ ਮੂੰਹੋਂ ਸਦਾ ਇਹੀ ਨਿਕਲੇਗਾ, ਤੇਰਾ ਕੀਆ ਮੀਠਾ ਲੱਗੇ। ਉਂਝ ਅਜਿਹੇ ਸੱਚੇ ਸੰਤ ਦੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ, ਪਰ ਉਸ ਦੀ ਅਰਦਾਸ ਹੁੰਦੀ ਹੀ ਸਰਬੱਤ ਦੇ ਭਲੇ ਲਈ ਹੈ। ਕੁਦਰਤ ਦੇ ਜਿਸ ਪੱਕੇ ਨਿਯਮ ਅਨੁਸਾਰ ਕੋਈ ਬੱਚਾ ਗਰਭ ਵਿੱਚ ਆਉਂਦਾ ਹੈ ਅਤੇ ਜਨਮ ਲੈਂਦਾ ਹੈ, ਕਈ ਵਾਰੀ ਕਿਸੇ ਵਿਘਨ ਦੇ ਕਾਰਨ ਅਜਿਹੇ ਲੋੜੀਂਦੇ ਹਾਲਾਤ ਮੇਲ ਨਹੀਂ ਖਾ ਰਹਿੰਦੇ, ਜਿਸ ਕਾਰਨ ਕਿਸੇ ਦੇ ਘਰ ਔਲਾਦ ਪੈਦਾ ਨਹੀਂ ਹੁੰਦੀ। ਜਿਸ ਵੇਲੇ ਕਾਦਰ ਦੇ ਬਣੇ ਵਿਧਾਨ ਅਨੁਸਾਰ ਉਹਨਾਂ ਪੱਕੇ ਨਿਯਮਾਂ ਦਾ ਮੇਲ ਹੋ ਜਾਂਦਾ ਹੈ, ਡਾਕਟਰ ਜਾਂ ਵੈਦ ਅਜਿਹਾ ਹੀ ਕੋਈ ਵਿਘਨ ਦੂਰ ਕਰਕੇ ਉਹਨਾਂ ਨਿਯਮਾਂ ਦਾ ਮੇਲ ਕਰਾ ਦਿੰਦਾ ਹੈ, ਤਾਂ ਔਲਾਦ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੰਨੇ ਵੀ ਅਜਿਹੇ ਕਰਾਮਾਤੀ ਸਾਧਾਂ ਦੇ ਡੇਰੇ ਹਨ, ਇਹ ਸਭ ਠੱਗੀ ਅਤੇ ਧੋਖੇ ਦੇ ਆਸਰੇ 'ਤੇ ਮੌਜਾਂ ਮਾਣ ਰਹੇ ਹਨ। ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਅਜਿਹਾ ਹੈ ਜਿਹੜਾ ਪ੍ਰਭੂ ਦੇ ਉਸ ਨਿਯਮ ਅਥਵਾ ਹੁਕਮ ਨੂੰ ਸਮਝ ਕੇ ਮਨੁੱਖ ਨੂੰ ਸਵੈ ਭਰੋਸਾ ਸਹਿ ਸਤਿਕਾਰ ਬਖਸ਼ਦਾ ਹੈ। ਜ਼ਰਾ ਖਿਆਲ ਕਰੋ, ਜੇ ਕਿਸੇ ਅਜਿਹੇ ਧਾਰਮਿਕ ਸਾਧਾਂ ਫਕੀਰਾਂ ਦੇ ਵੱਸ ਵਿੱਚ ਕੁਝ ਹੁੰਦਾ ਜਾਂ ਰੱਬ ਸਿਰਫ ਉਹਨਾਂ ਧਾਰਮਿਕ ਬੰਦਿਆਂ ਅਥਵਾ ਕਥਿਤ ਭਗਤਾਂ ਦੀ ਹੀ ਗੱਲ ਸੁਣਦਾ ਹੁੰਦਾ, ਤਾਂ ਬੜੇ ਦੇਸ਼ ਅਜਿਹੇ ਵੀ ਹਨ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਉੱਥੋਂ ਦੀ ਜਨਤਾ ਤਾਂ ਭੁੱਖੀ ਮਰ ਗਈ ਹੁੰਦੀ। ਸਿੱਖਾਂ ਵਿੱਚ ਅਤੇ ਆਪਣੇ ਦੇਸ਼ ਦੇ ਹੋਰ ਧਰਮਾਂ ਵਿੱਚ ਹਜ਼ਾਰਾਂ ਕਾਮਰੇਡ ਹਨ ਜਿਹੜੇ ਅਜਿਹੇ ਕਿਸੇ ਸਾਧ ਫਕੀਰ ਦੇ ਭਰਮ ਜਾਲ ਵਿੱਚ ਨਹੀਂ ਫਸਦੇ। ਕੀ ਉਹ ਬੇਔਲਾਦੇ ਹਨ ਜਾਂ ਕੀ ਉਹ ਭੁੱਖੇ ਮਰ ਰਹੇ ਹਨ? ਜ਼ਾਲਮਾਂ, ਕਾਤਲਾਂ, ਠੱਗਾਂ, ਚੋਰਾਂ, ਦੇਸ਼ ਧਰੋਈਆਂ ਅਤੇ ਜਿਹੜੇ ਲੋਕਾਂ ਨੂੰ ਲੁੱਟਦੇ ਹੀ ਪਰਮਾਤਮਾ ਦਾ ਨਾਮ ਵਰਤ ਕੇ ਹਨ, ਅਤੇ ਨਾਲ ਹੀ ਜਿਹੜੇ ਰੱਬ ਅਥਵਾ ਉਸ ਦੇ ਭਗਤਾਂ ਨੂੰ ਮਖੌਲ ਵੀ ਕਰਦੇ ਹਨ, ਮੰਦਾ ਵੀ ਬੋਲਦੇ ਹਨ, ਕਿ ਉਹਨਾਂ ਵਿੱਚੋਂ ਕੋਈ ਕਿਸੇ ਉਚੇਚੇ ਅਥਵਾ ਕਰਾਮਾਤੀ ਢੰਗ ਨਾਲ ਭੁੱਖਾ ਮਰਦਾ ਵੇਖਿਆ ਹੈ? ਪਰਮਾਤਮਾ ਏਡਾ ਨਿਰਵੈਰ, ਮਿਹਰਬਾਨ, ਕਿਰਪਾਲੂ ਅਤੇ ਦਇਆ ਦਾ ਖਜ਼ਾਨਾ ਹੈ ਕਿ ਉਹ ਹਰ ਇੱਕ ਦੇ ਪਾਪ ਦੇਖਦਾ ਹੋਇਆ ਵੀ ਸਭ ਦੀ ਪਾਲਣਾ ਕਰਦਾ ਹੈ। ਹਰ ਇੱਕ 'ਤੇ ਸਾਵੀਂ ਬਖਸ਼ਿਸ਼ ਕਰਦਾ ਹੋਇਆ
ਨਾ ਥੱਕਦਾ ਹੈ ਤੇ ਨਾ ਹੀ ਅੱਕਦਾ ਹੈ। ਗਿਆਨ ਸਿੰਘ, ਗੁਰੂ ਦੀ ਮਿਹਰ ਨਾਲ ਬੜੇ ਜ਼ਰੂਰੀ ਅਤੇ ਨਰੋਏ ਗਿਆਨ ਦੀ ਬਖਸ਼ਿਸ਼ ਹੋਈ ਹੈ। ਆਪ ਜੀ ਦਾ ਇਹ ਦਾਨ ਭੁੱਲਣ ਗੋਚਰਾ ਨਹੀਂ ਹੈ। 2 ਸ਼ੰਕੇ ਹੋਰ ਨਿਵਰਤ ਕਰ ਦਿਓ। ਨੰਬਰ 1, ਕੀ ਕੋਈ ਅਜਿਹਾ ਸ਼ਬਦ ਗੁਰਬਾਣੀ ਵਿੱਚੋਂ ਮਿਲ ਸਕਦਾ ਹੈ ਜਿਸ ਵਿੱਚ ਸਤਿਗੁਰਾਂ ਨੇ ਸਪਸ਼ਟ ਕਰਕੇ ਕਿਹਾ ਹੋਵੇ ਕਿ ਰੱਬ ਦੀ ਅੱਡਰੀ ਹਸਤੀ ਦਾ ਵਜੂਦ ਯਕੀਨਨ ਹੈ? ਕਿਉਂਕਿ ਦਾਸ ਕੋਲੋਂ ਇੱਕ ਵਾਰੀ ਕਿਸੇ ਵਿਦਵਾਨ ਕਾਮਰੇਡ ਨੇ ਇਹੀ ਸਵਾਲ ਪੁੱਛਿਆ ਸੀ। ਉਸ ਦਾ ਕਥਨ ਸੀ ਕਿ ਪਰਮਾਤਮਾ ਦੇ ਸਿਮਰਨ ਦੀ ਤਾਕੀਦ, ਉਸ ਦੀਆਂ ਵਡਿਆਈਆਂ ਦੀ ਵਿਚਾਰ ਦੀ ਗੱਲ, ਪ੍ਰਭੂ ਦਾ ਮਿਲਾਪ ਹੋ ਸਕਣ ਦੀ ਗੱਲ, ਅਜਿਹਾ ਜੋ ਵੀ ਸਤਿਗੁਰਾਂ ਕਿਹਾ ਹੈ ਉਹ ਮਨੁੱਖਤਾ ਦੇ ਉੱਚੇ ਗੁਣਾਂ ਨੂੰ ਪੈਦਾ ਕਰਨ ਦਾ ਯਤਨ ਹੈ। ਗੁਰੂ ਨਾਨਕ ਜੀ ਦਾ ਇਹ ਸਾਰਾ ਉਪਰਾਲਾ ਚੰਗਾ ਮਨੁੱਖ ਬਣਾਉਣ ਦਾ ਹੀ ਹੈ। ਉਸ ਦਾ ਕਹਿਣਾ ਸੀ ਕਿ ਰੱਬ ਦੀ ਵੱਖਰੀ ਹਸਤੀ ਬਾਰੇ ਗੁਰਬਾਣੀ ਵਿੱਚ ਬੜੀ ਵਾਰੀ ਆਉਂਦਾ ਹੈ ਕਿ ਉਸ ਦਾ ਅੱਡਰਾ ਕੋਈ ਵਜੂਦ ਹੈ ਹੀ ਨਹੀਂ। ਨੰਬਰ 2 ਅਤੇ ਦੂਜਾ ਮਸਲਾ ਇਹ ਹੈ ਕਿ ਜੇ ਇਹਨਾਂ ਸਾਧਾਂ ਅਥਵਾ ਡੇਰੇਦਾਰਾਂ ਦੇ ਹੱਥ ਵੱਸ ਕੁਝ ਨਹੀਂ ਹੈ ਤਾਂ ਅਜਿਹੇ ਠੱਗਾਂ ਦੀ ਸ਼ੋਭਾ ਕਿਵੇਂ ਖਿਲਰ ਜਾਂਦੀ ਹੈ ਅਥਵਾ ਲੋਕ ਉਹਨਾਂ ਦੇ ਸ਼ਰਧਾਲੂ ਕਿਵੇਂ ਆ ਬਣਦੇ ਹਨ। ਗੁਰਦਿਆਲ ਸਿੰਘ, ਤੁਹਾਡੇ ਪ੍ਰਸ਼ਨ ਦੇ ਪਹਿਲੇ ਹਿੱਸੇ ਨਾਲ ਦਿਲ ਨੂੰ ਪਰੇਸ਼ਾਨੀ ਹੋਈ ਹੈ ਕਿ ਆਪ ਜਿਹਾ ਸੂਝਵਾਨ ਅਤੇ ਗੁਰਬਾਣੀ ਦਾ ਅਖੰਡ ਪਾਠੀ ਅਤੇ ਗੁਰਬਾਣੀ ਦਾ ਗਿਆਤਾ ਗੁਰਸਿੱਖ ਜੇ ਅਜਿਹੇ ਪ੍ਰਸ਼ਨ ਦਾ ਠੀਕ ਉੱਤਰ ਦੇ ਕੇ ਕਿਸੇ ਦੀ ਤਸੱਲੀ ਨਾ ਕਰਾ ਸਕੇ ਤਾਂ ਬਾਕੀ ਸਧਾਰਨ ਸਿੱਖ ਦੇ ਨਾਸਤਕ ਬਣ ਜਾਣ ਵਿੱਚ ਕਿਹੜੀ ਰੋਕ ਰਹਿ ਗਈ। ਖਿਮਾ ਕਰਨਾ, ਮੈਂ ਆਪ ਜੀ ਨੂੰ ਕਿਸੇ ਤਰ੍ਹਾਂ ਨਾਲ ਦੋਸ਼ੀ ਨਹੀਂ ਮੰਨ ਰਿਹਾ। ਸਿਰਫ ਪੰਥਕ ਲੀਡਰਾਂ ਦੀ ਅਣਗਹਿਲੀ ਤੇ ਰੋਣਾ ਆ ਰਿਹਾ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਾਉਣ ਅਤੇ ਸਮਝਾਉਣ ਲਈ ਉਚੇਚੇ ਵਿਦਿਆਲੇ ਨਹੀਂ ਖੋਲ੍ਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅੱਡਰੀ PH ਤੱਕ ਦੀ ਡਿਗਰੀ ਮਿਲਣ ਦਾ ਵਿਧਾਨ ਬਣਾਉਣਾ ਚਾਹੀਦਾ ਸੀ ਅਤੇ ਫਿਰ ਅਜਿਹੇ ਵਿਦਵਾਨਾਂ ਵਿੱਚੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਿਹੀਆਂ ਜ਼ਰੂਰੀ ਅਤੇ ਸਰਬ ਉੱਚ ਪਦਵੀਆਂ ਮਿਲਣੀਆਂ ਚਾਹੀਦੀਆਂ ਸਨ। ਤੁਹਾਡੀ ਗੱਲ ਤਾਂ ਦੂਰ ਦੀ ਹੈ। ਗੁਰਮਤਿ ਸਿਧਾਂਤ ਸਮਝਣ ਸੰਬੰਧੀ ਕੋਈ ਚਿੱਠੀ ਜੇ ਇਹਨਾਂ ਹੀ ਪਦਵੀ ਵਾਲਿਆਂ ਨੂੰ ਲਿਖ ਭੇਜੀਏ ਤਾਂ ਇਹਨਾਂ ਕੋਲੋਂ ਕੋਈ ਉੱਤਰ ਨਹੀਂ ਬਣਦਾ। ਸੋ ਆਪ ਜੀ ਦੇ ਇਸ ਪ੍ਰਸ਼ਨ ਦਾ ਵਿਸਥਾਰ ਪੂਰਵਕ ਉੱਤਰ ਤਾਂ ਬੜੇ ਲੰਮੇ ਸਮੇਂ ਦੀ ਮੰਗ ਕਰਦਾ ਹੈ, ਪਰ ਵਿਸ਼ੇਸ਼ ਕਰਕੇ ਜਿਹੜਾ ਤੁਸਾਂ ਸ਼ਬਦ ਪੁੱਛਿਆ ਹੈ, ਗੁਰੂ ਦੀ ਕਿਰਪਾ ਦਾ ਸਦਕਾ ਦਾਸ ਉਹ ਸ਼ਬਦ ਰਿਕਾਰਡ ਕਰਵਾ ਸਕਦਾ ਹੈ। ਗੁਰੂ ਮਹਾਰਾਜ ਦੇ ਇਸ ਸਲੋਕ ਤੋਂ ਇਉਂ ਅਨੁਭਵ ਹੁੰਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸੇ ਹੀ ਪ੍ਰਸ਼ਨ ਦਾ ਉੱਤਰ ਦੇ ਰਹੇ ਹੁੰਦੇ ਹਨ ਕਿ ਰੱਬ ਹੈ ਵੀ ਸਹੀ ਕਿ ਨਹੀਂ। ਨਿਰੰਕਾਰੀ ਸਤਿਗੁਰਾਂ ਦਾ ਫਰਮਾਨ ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ, ਆਖੂੰ ਆਖਾਂ ਸਦਾ ਸਦਾ, ਕਹਿਣ ਨਾ ਆਵੈ ਤੋਟ, ਨਾ ਹੋ ਥੱਕਾਂ ਨਾ ਠਾਕੀਆ, ਏਵ ਡਰਖੈ ਜੋਤ, ਨਾਨਕ ਚਸਿਓ ਚੁਖ ਬਿੰਦ, ਉੱਪਰ ਆਖਣ ਦੋਸ਼। ਪੰਨਾ 1241। ਅਰਥ, ਜੇ ਮੈਂ ਕਰੋੜਾਂ ਕਰੋੜਾਂ ਵਾਰ ਆਖਾਂ ਕਿ ਪਰਮਾਤਮਾ ਸੱਚਮੁੱਚ ਹੈ, ਜੇ ਮੈਂ ਕਰੋੜਾਂ ਤੋਂ ਵੀ ਕਰੋੜਾਂ ਵਾਰੀ ਵਧੇਕ ਇਹੀ ਕਿ ਪਰਮਾਤਮਾ ਸੱਚਮੁੱਚ ਹੀ ਵਿਸ਼ੇਸ਼ ਤੇ ਅੱਡਰੀ ਹਸਤੀ ਦਾ ਵੀ ਮਾਲਕ ਹੈ ਵਾਲੀ ਗੱਲ ਆਖਾਂ, ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਮੇਰੇ ਆਖਣ ਵਿੱਚ ਤਰੋਟ ਨਾ ਆਵੇ। ਹੇ ਪ੍ਰਭੂ, ਜੇ ਤੂੰ ਮੇਰੇ ਵਿੱਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਆਖਦਾ ਨਾ ਥੱਕਾਂ ਤੇ ਨਾ ਕਿਸੇ ਦਾ ਰੋਕਿਆ ਰੁਕਾਂ ਹੀ, ਤਾਂ ਵੀ ਹੈ ਨਾਨਕ ਇਹ ਸਾਰਾ ਯਤਨ ਤੇਰੀ ਰਤਾ ਪਰ ਸਿਫਤ ਦੇ ਹੀ ਬਰਾਬਰ ਹੁੰਦਾ ਹੈ। ਜੇ ਮੈਂ ਆਖਾਂ ਕਿ ਏਦੋਂ ਵਧੇਕ ਸਿਫਤ ਮੈਂ ਕੀਤੀ ਹੈ ਤਾਂ ਇਹ ਮੇਰੀ ਭੁੱਲ ਹੈ। ਬੜੇ ਵਜਦ ਜਿਹੇ ਵਿੱਚ ਜਰਾ ਉਚੇਚੀ ਸੁਰ ਵਿੱਚ, ਵੇਦ ਕਤੇਬ ਸੰਸਾਰ ਹਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੇ ਜ਼ਹਰਾ। ਪੰਨਾ 397। ਗਿਆਨ ਸਿੰਘ, ਗੁਰੂ ਦੀ ਮਿਹਰ ਹੋਈ ਜੋ ਆਪ ਜੀ ਦੀ ਸੰਗਤ ਮਿਲੀ, ਜੋ ਅਜਿਹੇ ਅਨਮੋਲ ਰਤਨਾਂ ਦਾ ਪਤਾ ਲੱਗ ਸਕਿਆ। ਮੈਂ ਕਈ ਅਖੰਡ ਪਾਠ ਕੀਤੇ ਸਨ, ਪਰ ਪਤਾ ਨਹੀਂ ਉਸ ਸਮੇਂ ਮਨ ਕਿਹੜੀਆਂ ਸੈਰਾਂ 'ਤੇ ਚੜ੍ਹਿਆ ਹੁੰਦਾ ਹੈ ਕਿ ਸਾਨੂੰ ਅਜਿਹੇ ਗੁਰ ਸ਼ਬਦਾਂ ਦੀ ਸੋਝੀ ਹੀ ਨਹੀਂ ਹੋ ਸਕਦੀ। ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਪੂਰਨ ਗਿਆਨ ਦਾ ਅਥਾਹ ਭੰਡਾਰ ਹੈ। ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਿਆਨਦਾਤਾ ਮੰਨ ਲਿਆ, ਉਸ ਨੂੰ ਪੂਰਨ ਗਿਆਨ ਕਿਉਂ ਨਾ ਹੋਵੇ। ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰੂ ਨਾਨਕ ਦਿਓ,
ਪੰਨਾ 150। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਜਾਣ ਲੈਣ ਉਪਰੰਤ ਹੋਰ ਗ੍ਰੰਥਾਂ ਵਿੱਚੋਂ ਗਿਆਨ ਲੱਭਣ ਦੀ ਲੋੜ ਨਹੀਂ ਰਹਿੰਦੀ। ਅਜਿਹੇ ਗੁਰੂ ਸ਼ਬਦਾਂ ਦੇ ਹੁੰਦਿਆਂ ਕੌਣ ਆਖ ਸਕਦਾ ਹੈ ਕਿ ਗੁਰਬਾਣੀ ਵਿੱਚ ਪਰਮਾਤਮਾ ਦੀ ਹੋਂਦ ਬਾਰੇ ਸਪਸ਼ਟ ਰੂਪ ਵਿੱਚ ਨਹੀਂ ਲਿਖਿਆ ਹੋਇਆ। ਗੁਰਦਿਆਲ ਸਿੰਘ। ਆਓ ਹੁਣ ਤੁਹਾਡੇ ਦੂਜੇ ਪ੍ਰਸ਼ਨ ਭਾਵ ਸਾਧਾਂ ਦੇ ਡੇਰਿਆਂ ਦੀ ਪ੍ਰਸਿੱਧਤਾ ਦੇ ਕਾਰਨ ਦਾ ਉੱਤਰ ਲੱਭੀਏ। ਇਹਨਾਂ ਸਾਧਾਂ ਸੰਤਾਂ ਅਥਵਾ ਡੇਰੇਦਾਰਾਂ ਦੇ ਭੇਖ ਵਿੱਚ ਅਡਰੀ ਡਿੱਠ ਵੀ ਹੁੰਦੀ ਹੈ ਅਤੇ ਇਹ ਸਾਰੇ ਭੇਖੀ ਆਮ ਤੌਰ 'ਤੇ ਦੂਜੇ ਮਨੁੱਖਾਂ ਨਾਲੋਂ ਕਿਸੇ ਨਾ ਕਿਸੇ ਵੱਖਰੀ ਸਿਫਤ ਦੇ ਮਾਲਕ ਵੀ ਜ਼ਰੂਰ ਹੁੰਦੇ ਹਨ। ਖਾਸ ਢੰਗ ਨਾਲ ਬੈਠ ਕੇ ਚੁੱਪ ਵੱਟ ਰੱਖਣੀ ਵੀ ਦੂਜੇ ਮਨੁੱਖਾਂ ਨਾਲੋਂ ਅਡਰੀ ਸਾਧਨਾ ਹੀ ਹੈ। ਫਿਰ ਕਿਸੇ ਪ੍ਰਸ਼ਨ ਦਾ ਉੱਤਰ ਭਰਮਾਊ ਢੰਗ ਨਾਲ ਦੇ ਕੇ ਸਰੋਤੇ ਦੇ ਮਨ ਵਿੱਚ ਭਰਮ ਪਾ ਦੇਣ ਵਿੱਚ ਵੀ ਪੂਰੇ ਨਿਪੁੰਨ ਹੁੰਦੇ ਹਨ। ਇਹਨਾਂ ਦੇ ਅਡਰੇ ਭੇਖ ਨਾਲ ਵਰਾਂ ਸਰਾਪਾਂ ਵਾਲੀ ਸ਼ਕਤੀ ਦਾ ਭਰਮ ਤਾਂ ਮਨੁੱਖ ਦੇ ਮਨ ਵਿੱਚ ਆਦ ਕਾਲ ਤੋਂ ਹੀ ਬਣ ਚੁੱਕਾ ਹੈ। ਸੋ ਅਜਿਹੇ ਕਿਸੇ ਸਾਧ ਸੰਤ ਅਥਵਾ ਡੇਰੇਦਾਰ ਦਾ ਮੁਸ਼ਕ ਜਾਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਲੋਕ ਤਾਂ ਪੱਥਰਾਂ ਦੇ ਬੁੱਤਾਂ, ਦਰਖਤਾਂ, ਸੱਪਾਂ ਦੀਆਂ ਵਰਮੀਆਂ ਅਥਵਾ ਮਰ ਖੱਪ ਗਏ ਕਥਿਤ ਪੀਰਾਂ ਦੀਆਂ ਕਬਰਾਂ ਆਦਿ 'ਤੇ ਮੱਥੇ ਰਗੜਨ ਲੱਗੇ ਜ਼ਰਾ ਢਿੱਲ ਨਹੀਂ ਕਰਦੇ। ਇਹ ਤਾਂ ਫਿਰ ਵੀ ਜਿਉਂਦੇ ਜਾਗਦੇ ਮਨੁੱਖ ਹਨ। ਇਹਨਾਂ ਦੀ ਪੂਜਾ ਆਰੰਭ ਹੋ ਜਾਣੀ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਅਜਿਹੇ ਭਸ ਖੇਹ ਦੀ ਪੂਜਾ ਕਰਨ ਵਾਲੀ ਕਮਜ਼ੋਰੀ ਸਿਰਫ ਅਗਿਆਨੀ ਅਥਵਾ ਵਿਦਿਆਹੀਣ ਮਨੁੱਖਾਂ ਵਿੱਚ ਹੀ ਹੁੰਦੀ ਤਾਂ ਵੀ ਏਡੀ ਹੈਰਾਨੀ ਨਾ ਹੋਵੇ। ਅਜਿਹੇ ਡੇਰੇਦਾਰ ਸੰਤਾਂ ਦੇ ਸੇਵਕਾਂ ਅਤੇ ਸ਼ਰਧਾਲੂਆਂ ਵਿੱਚ ਪੜ੍ਹੇ ਲਿਖੇ ਵੱਡੇ ਵੱਡੇ ਧਨਾੜ ਅਥਵਾ ਵਪਾਰੀ ਅਤੇ ਕਾਰਖਾਨਿਆਂ ਦੇ ਮਾਲਕ, ਉੱਚੇ ਮਰਤਬਿਆਂ ਵਾਲੇ ਅਫਸਰਾਂ ਦੀ ਗਿਣਤੀ ਸਗੋਂ ਵਿਸ਼ੇਸ਼ ਹੁੰਦੀ ਹੈ। ਗਿਆਨ ਸਿੰਘ। ਵਰਤਰੇ ਇਸੇ ਭਾਣੇ ਦਾ ਕਾਰਨ ਤਾਂ ਦਾਸ ਜਾਣਨਾ ਚਾਹੁੰਦਾ ਹੈ। ਵਿਸ਼ੇਸ਼ ਗਿਣਤੀ ਵਿੱਚ ਵਿਦਵਾਨ ਅਤੇ ਉੱਚੀਆਂ ਪਦਵੀਆਂ ਵਾਲੇ ਅਮੀਰ ਆਦਮੀ ਵੀ ਵੱਡੀ ਗਿਣਤੀ ਵਿੱਚ ਇਹਨਾਂ ਸਾਧਾਂ ਦੇ ਵਿਸ਼ੇਸ਼ ਸ਼ਰਧਾਲੂ ਕਿਵੇਂ ਆ ਬਣਦੇ ਹਨ। ਗੁਰਦਿਆਲ ਸਿੰਘ। ਗਿਆਨ ਸਿੰਘ ਜੀ, ਜਿੱਥੋਂ ਤਾਈਂ ਸਿੱਖਾਂ ਦਾ ਤੁਅੱਲਕ ਹੈ ਉਹਨਾਂ ਅੰਦਰ ਇਸ ਕਮਜ਼ੋਰੀ ਦੇ ਆ ਜਾਣ ਦਾ ਕਾਰਨ ਕੇਵਲ ਇਹੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਤੋਂ ਅਣਜਾਣ ਹਨ ਜਾਂ ਉਹ ਆਪਣੇ ਗੁਰੂ ਤੋਂ ਟੁੱਟ ਚੁੱਕੇ ਹਨ। ਗੁਰੂ ਨਾਨਕ ਦਾ ਸਿੱਖ ਕਿਸੇ ਮਨੁੱਖ ਨੂੰ ਆਪਣੇ ਇਸ਼ਟ ਤੁੱਲ ਕਿਵੇਂ ਮੰਨ ਸਕਦਾ ਹੈ। ਗੁਰੂ ਦਾ ਸਿੱਖ ਨਾ ਕਿਸੇ ਮਨੁੱਖ ਦੀ ਉਸਤਤ ਖੁਸ਼ਾਮਦ ਕਰਨ ਵਾਲਾ ਬਣ ਸਕਦਾ ਹੈ ਅਤੇ ਨਾ ਹੀ ਕਿਸੇ ਮਨੁੱਖ ਦੀ ਮੁਤਾਜੀ ਹੀ ਕਰਦਾ ਹੈ। ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ। ਪੰਨਾ 608। ਉਂਝ ਜਿਨ੍ਹਾਂ ਕਾਰਨਾਂ ਕਰਕੇ ਮਨੁੱਖ ਕਿਸੇ ਰਿੱਧੀਆਂ ਸਿੱਧੀਆਂ ਅਥਵਾ ਕਰਾਮਾਤੀ ਸ਼ਕਤੀਆਂ ਵਾਲੇ ਟਿਕਾਣਿਆਂ ਵੱਲ ਨੂੰ ਧਾਈ ਕਰਦਾ ਹੈ, ਉਹਨਾਂ ਕਾਰਨਾਂ ਦਾ ਸੰਖੇਪ ਜਿਹਾ ਵਰਣਨ ਇਸ ਪ੍ਰਕਾਰ ਹੈ। ਨੰਬਰ 1। ਛੋਟੀ ਜੀ ਉਮਰ ਦਾ ਬਾਲਕ ਆਪਣਾ ਕੀਮਤੀ ਖਿਡੌਣਾ ਛੱਡ ਕੇ ਦੂਜੇ ਬੱਚੇ ਦਾ ਖਿਡੌਣਾ ਲੈਣ ਦੀ ਜਿੱਦ ਕਰਦਾ ਹੈ। ਦੂਜਾ ਬੱਚਾ ਭਾਵੇਂ ਠੀਕਰੀਆਂ ਨਾਲ ਹੀ ਖੇਡ ਰਿਹਾ ਹੋਵੇ, ਅਰਥਾਤ ਮਨੁੱਖ ਵਿੱਚ ਦੂਜੇ ਦੀ ਵਸਤੂ ਹਥਿਆਉਣ ਦੀ ਲਾਲਸਾ ਜਨਮ ਤੋਂ ਹੀ ਵੇਖੀ ਜਾਂਦੀ ਹੈ। ਵੱਡਾ ਹੋ ਕੇ ਕਿਸੇ ਦੂਜੇ ਦੇ ਪਦਾਰਥਕ ਧਨ ਨੂੰ ਤਾਂ ਚੋਰੀ, ਠੱਗੀ ਅਥਵਾ ਤਾਕਤ ਦੀ ਵਰਤੋਂ ਨਾਲ ਲੈਣ ਦੇ ਯਤਨ ਕਰਦਾ ਹੈ, ਪਰ ਕਿਸੇ ਦੇ ਅਧਿਆਤਮਕ ਧਨ ਤੋਂ ਕਰਾਮਾਤੀ ਨਫਾ ਖੱਟਣ ਲਈ ਖੁਸ਼ਾਮਦ, ਸੇਵਾ, ਭੇਟਾ, ਡੰਡੌਤਾਂ ਆਦਿ ਵਾਲੇ ਹਥਿਆਰ ਵਰਤਦਾ ਹੈ। ਨੰਬਰ 2। ਭਾਵੇਂ ਸਾਰੀ ਦੁਨੀਆ ਦੀ ਦੌਲਤ ਦੇ ਢੇਰ ਲਾ ਲਵੇ, ਮਨੁੱਖ ਦੇ ਮਨ ਦੀ ਭੁੱਖ ਨਹੀਂ ਮਿਟਦੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਪਜੀ। ਨੰਬਰ 3। ਹਜ਼ਾਰਾਂ ਸਾਲਾਂ ਤੋਂ ਗਲਤ ਅਰਥਾਂ ਵਾਲੇ ਧਰਮ ਦਾ ਪ੍ਰਚਾਰ ਹੁੰਦਾ ਰਹਿਣ ਦੇ ਕਾਰਨ ਮਨੁੱਖ ਦੇ ਮਨ ਵਿੱਚ ਆਪਣਾ ਪਰਮਾਰਥ ਕਿਸੇ ਦੂਜੇ ਦੀ ਅਧਿਆਤਮਕ ਕਮਾਈ ਨਾਲ ਸਵਾਰ ਲੈਣ ਦੀ ਲਾਲਸਾ ਦੇ ਸੰਸਕਾਰ ਵੀ ਬੜੇ ਡੂੰਘੇ ਬਣੇ ਹੋਏ ਹਨ। ਗਲਤ ਅਤੇ ਠੀਕ ਅਰਥਾਂ ਵਾਲੇ ਧਰਮ ਦਾ ਵੇਰਵਾ ਪੁਸਤਕ ਦੇ ਚੌਥੇ ਭਾਗ ਵਿਚਲੇ ਪਾਪ ਕਰਮ ਅਤੇ ਪੁੰਨ ਕਰਮ ਪ੍ਰਕਰਣ ਵਿੱਚ ਵੀ ਹੈ ਅਤੇ ਕਰਮ ਫਲ ਪ੍ਰਕਰਣ ਵਿੱਚ ਹੋਰ ਵੀ ਵੱਧ ਵਿਸਥਾਰ ਨਾਲ ਲਿਖਿਆ ਗਿਆ ਹੈ। 4। ਕਿਸੇ ਦੇ ਮਨ ਨੂੰ ਦੁਖੀ ਕਰਨਾ ਅਥਵਾ ਕਿਸੇ ਦੇ ਮਨ ਨੂੰ ਸਤਾਉਣ ਵਾਲਾ ਪਾਪ ਕਰਮ ਕਰਨ ਵਾਲੇ ਜ਼ਾਲਮਾਂ ਦਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਦੁੱਖਾਂ, ਮੁਸੀਬਤਾਂ ਅਥਵਾ ਮੌਤ ਦਾ ਭੈ ਜ਼ੋਰ ਫੜ ਜਾਂਦਾ ਹੈ।
ਇਹ ਡਰ ਮਾਇਆਧਾਰੀ ਮਨੁੱਖਾਂ ਨੂੰ ਇਸ ਕਾਰਨ ਵੱਧ ਹੁੰਦਾ ਹੈ ਕਿਉਂਕਿ ਮਾਇਆ ਪਾਪਾਂ ਬਾਝੋਂ ਇਕੱਠੀ ਨਹੀਂ ਹੋ ਸਕਦੀ ਅਤੇ ਮਾਇਆਧਾਰੀ ਅੰਨਾ ਅਤੇ ਬੋਲਾ ਹੋਣ ਕਰਕੇ ਮੌਤ ਤੋਂ ਭੈ ਭੀਤ ਰਹਿੰਦਾ ਹੈ। ਇਸੇ ਤਰ੍ਹਾਂ ਵੱਡੀ ਖੋਰ ਅਤੇ ਬੇਇਨਸਾਫ ਹਾਕਮ ਵੀ ਲੋਕਾਂ ਦੇ ਦਿਲਾਂ ਨੂੰ ਦੁਖੀ ਕਰਦੇ ਰਹਿਣ ਦੇ ਕਾਰਨ ਮੌਤ ਦੇ ਭੈ ਅਧੀਨ ਰਹਿੰਦਾ ਹੈ। ਇਹ ਦੋਵੇਂ ਕਥਿਤ ਵੱਡੇ ਆਦਮੀ ਆਪਣੇ ਹੀ ਮਨ ਦੀ ਲੁਕਵੀਂ ਕਮਜ਼ੋਰੀ ਦੇ ਮਾਰੇ ਅਜਿਹੇ ਠੱਗ ਸਾਧਾਂ ਦੇ ਵਿਸ਼ੇਸ਼ ਚੇਲੇ ਬਣਦੇ ਹਨ ਅਤੇ ਫਿਰ ਪਾਪਾਂ ਦੇ ਕਾਰਨ ਮਨ ਜਿੰਨਾ ਵੱਧ ਡਰਿਆ ਹੁੰਦਾ ਹੈ, ਮਨੁੱਖ ਓਨੀਆਂ ਹੀ ਵੱਧ ਕੀਮਤੀ ਵਸਤੂਆਂ ਭੇਟਾ ਕਰਦਾ ਹੈ, ਓਨੀਆਂ ਹੀ ਵੱਧ ਡੰਡੌਤਾਂ ਕਰਦਾ ਹੈ। ਅਪਰਾਧੀ ਦੂਣਾ ਨਿਵੇਂ ਪੰਨਾ 470 ਅਤੇ ਸਾਧਾਂ ਦੀ ਸੇਵਾ ਵੀ ਕਰਦਾ ਹੈ। ਬਹੁਤੀ ਲੋਕਾਈ ਤਰਸ਼ਨਾਲੂ ਲਾਲਚੀ ਅਤੇ ਬੇਸਬਰੇ ਹੋਣ ਦੇ ਕਾਰਨ ਡੇਰਿਆਂ 'ਤੇ ਜਾਂਦੀ ਹੈ ਅਤੇ ਫਿਰ ਅਗਿਆਨਤਾ ਵੀ ਲੋਕਾਂ ਨੂੰ ਅਜਿਹੇ ਡੇਰਿਆਂ 'ਤੇ ਧੱਕੇ ਖਵਾ ਰਹੀ ਹੁੰਦੀ ਹੈ। ਪਰਮੇਸ਼ਰ ਦੀ ਸ਼ਕਤੀ ਅਤੇ ਉਸ ਦੇ ਹੁਕਮ ਦੀ ਕਾਰ ਦੇ ਭੇਦ ਦਾ ਪਤਾ ਨਾ ਹੋਣ ਕਾਰਨ ਲੋਕਾਂ ਨੇ ਪਰਮੇਸ਼ਰ ਦੀ ਕਿਰਤ ਨੂੰ ਹੀ ਰੱਬ ਮੰਨ ਲਿਆ ਹੁੰਦਾ ਹੈ। ਮੋਟੇ ਤੌਰ 'ਤੇ ਇਹੀ ਮੁੱਖ ਕਮਜ਼ੋਰੀਆਂ ਹਨ ਜਿਨ੍ਹਾਂ ਕਰਕੇ ਮਨੁੱਖ ਭਟਕਣਾ ਵਿੱਚ ਪੈਂਦਾ ਹੈ ਅਤੇ ਜਿੱਧਰੋਂ ਵੀ ਕਿਸੇ ਪ੍ਰਕਾਰ ਦਾ ਕਰਾਮਾਤੀ ਸਹਾਰਾ ਮਿਲ ਜਾਣ ਦਾ ਭਰਮ ਬਣਦਾ ਹੈ, ਉਧਰ ਹੀ ਉੱਠ ਭੱਜਦਾ ਹੈ। ਫਿਰ ਜਿਸ ਥਾਂ ਕਿਸੇ ਕਾਰਜ ਦੇ ਸਰ ਜਾਣ ਦਾ ਭਰਮ ਬਣ ਜਾਂਦਾ ਹੈ, ਉਸ ਥਾਂ ਦੇ ਹੀ ਗੁਣ ਗਾਉਣ ਵਿੱਚ ਆਪਣੀ ਕਲਿਆਣ ਮੰਨ ਬੈਠਦਾ ਹੈ। ਅਜਿਹੇ ਮਨੁੱਖ ਅਸਲੀਅਤ ਜਾਣਨ ਦੀ ਲੋੜ ਨਹੀਂ ਸਮਝਦੇ। ਜਿਸ ਭੇਖੀ ਸਾਧ ਬਾਰੇ ਸ਼ਰਧਾ ਬਣ ਗਈ, ਉਸੇ ਨੂੰ ਹੀ ਸਾਰੀਆਂ ਸ਼ਕਤੀਆਂ ਦਾ ਮਾਲਕ ਮੰਨ ਲੈਂਦੇ ਹਨ। ਅਜਿਹੇ ਹੀ ਭਰਮ ਦੇ ਮਾਰੇ ਹੋਏ ਗੁਰੂ ਅਤੇ ਚੇਲਿਆਂ ਦੀ ਇੱਕ ਕਥਾ ਹਿੰਦੂ ਵਿਦਵਾਨਾਂ ਦੀਆਂ ਲਿਖੀਆਂ ਪੁਸਤਕਾਂ ਵਿੱਚ ਪੜ੍ਹੀ ਸੀ। ਉਹ ਸੁਣਾ ਕੇ ਸਮਾਪਤੀ ਕਰਦੇ ਹਾਂ। ਕਥਾ ਇਉਂ ਹੈ। ਇੱਕ ਮਹਾਤਮਾ ਡੇਰੇਦਾਰ ਸੁਆਮੀ ਅਗੜਨਾਥ ਜੀ ਭਵਿੱਖਬਾਣੀ ਵਿੱਚ ਬੜੇ ਪ੍ਰਸਿੱਧ ਸਨ। ਲੋਕਾਂ ਦੇ ਮਸਲੇ ਹੱਲ ਕਰਨ ਦੇ ਨਾਲ ਉਹਨਾਂ ਨੂੰ ਵੇਦਾਂਤ ਦੇ ਆਸ਼ੇ ਦਾ ਪ੍ਰਚਾਰ ਕਰਨ ਦੀ ਬੜੀ ਲਗਨ ਸੀ। ਪ੍ਰਚਾਰ ਕਰਨ ਵਾਸਤੇ ਆਪਣੇ ਡੇਰੇ ਤੋਂ ਬਾਹਰ ਦੂਰ ਨੇੜੇ ਦੇ ਨਗਰਾਂ ਵਿੱਚ ਵੀ ਜਾਇਆ ਕਰਦੇ ਸਨ। ਆਪਣੇ ਭਾਸ਼ਣਾਂ ਸਮੇਂ ਉਹ ਮੁਕਤੀ ਦਾਤਾ ਸ਼ਬਦ ਬੜਾ ਵਰਤਿਆ ਕਰਦੇ ਸਨ। ਮੂੰਹ ਫੱਟ ਹਾਸ ਰਸੀਆ ਸੁਆਮੀ ਜੀ ਦਾ ਉਪਨਾਮ ਹੀ ਮੁਕਤੀ ਦਾਤਾ ਪਾ ਦਿੱਤਾ। ਜਿਵੇਂ ਇੱਥੇ ਸੰਤ ਰਾਮ ਜੀ ਦਾ ਨਾਮ ਚਿੱਟੀਆਂ ਚਾਦਰਾਂ ਵਾਲੇ ਸੰਤ ਪ੍ਰਚਲਿਤ ਹੋ ਗਿਆ, ਇਸੇ ਤਰ੍ਹਾਂ ਉਹਨਾਂ ਨੂੰ ਵੀ ਲੋਕ ਸੁਆਮੀ ਮੁਕਤੀ ਦਾਤਾ ਜੀ ਕਹਿਣ ਲੱਗ ਪਏ। ਉਹਨਾਂ ਦੇ ਕਈ ਬਚਨ ਕੁਦਰਤੀ ਸੱਚੇ ਹੋ ਜਾਣ ਕਾਰਨ ਸੁਆਮੀ ਮੁਕਤੀ ਦਾਤਾ ਜੀ ਦੀ ਮਹਿਮਾ ਖਿਲਰ ਗਈ ਅਤੇ ਮਖੌਲ ਨਾਲ ਰੱਖਿਆ ਉਪਨਾਮ ਉਹਨਾਂ ਦਾ ਅਸਲੀ ਨਾਮ ਬਣ ਗਿਆ। ਸੁਆਮੀ ਜੀ ਨੂੰ ਵੀ ਆਪਣੇ ਇਸ ਨਾਮ ਨਾਲ ਸੱਦੇ ਜਾਣ ਵਿੱਚ ਆਨੰਦ ਆਉਣ ਲੱਗ ਪਿਆ। ਆਉਣ ਜਾਣ ਦੀ ਔਕੜ ਅਨੁਭਵ ਕਰਕੇ ਸੁਆਮੀ ਜੀ ਦੇ ਕਿਸੇ ਧਨਾੜ ਸ਼ਰਧਾਲੂ ਨੇ ਬੜੀ ਵਧੀਆ ਨਸਲ ਦਾ ਕੀਮਤੀ ਅਸੀਲ ਅਤੇ ਸਿੱਖਿਆ ਹੋਇਆ ਇੱਕ ਸੁੰਦਰ ਘੋੜਾ ਲਿਆ ਭੇਟਾ ਕੀਤਾ। ਮੁਕਤੀ ਦਾਤਾ ਜੀ ਨੇ ਆਪਣੇ ਸੇਵਕ ਦੀ ਇਸ ਭੇਟ ਨਾਲ ਬੜਾ ਸੁੱਖ ਮਾਣਿਆ ਅਤੇ ਸੇਵਕ ਲਈ ਵਰਾਂ ਦਾ ਮੀਂਹ ਵਰਾ ਦਿੱਤਾ। ਨਵੀਂ ਉਮਰ ਦੇ ਉਸ ਘੋੜੇ ਦੀ ਚਾਲ ਬੜੀ ਤੇਜ਼ ਅਤੇ ਸਾਫ਼ ਹੋਣ ਕਰਕੇ ਉਸਨੇ ਸੁਆਮੀ ਜੀ ਦਾ ਦਿਲ ਮੋਹ ਲਿਆ। ਸੁਆਮੀ ਜੀ ਨੇ ਉਸ ਦਾ ਨਾਮ ਬੰਕਾ ਰੱਖ ਦਿੱਤਾ। ਆਪਣੇ ਪਿਆਰੇ ਬੰਕੇ ਦੀ ਸੇਵਾ ਜਿੰਨਾ ਚਿਰ ਆਪਣੇ ਹੱਥੀਂ ਨਾ ਕਰ ਲੈਂਦੇ, ਸੁਆਮੀ ਜੀ ਨੂੰ ਚੈਨ ਨਹੀਂ ਸੀ ਆਉਂਦਾ। ਬੰਕਾ ਵੀ ਮਾਨੋ ਜਿਵੇਂ ਸੁਰਗ ਵਿੱਚ ਆ ਪਿਆ ਸੀ। ਡੇਰੇ ਦੇ ਖੁੱਲ੍ਹੇ ਅੰਨ-ਦਾਣੇ ਅਤੇ ਸੁਆਮੀ ਜੀ ਦੀ ਉਚੇਚੀ ਸੇਵਾ ਨਾਲ ਘੋੜਾ ਮੋਟਾ ਹੋ ਗਿਆ ਅਤੇ ਉਸ ਦੀ ਸੁੰਦਰਤਾ ਹੋਰ ਵੀ ਨਿਖਰ ਗਈ। ਘੋੜੇ ਨੂੰ ਵੀ ਸੁਆਮੀ ਜੀ ਨਾਲ ਬੜਾ ਮੋਹ ਹੋ ਗਿਆ। ਉਹਨਾਂ ਨੂੰ ਦੇਖ ਕੇ ਦੂਰੋਂ ਹੀ ਹਿਣਕਦਾ ਅਤੇ ਖੌਰੂ ਪਾਉਣ ਲੱਗ ਪੈਂਦਾ। ਘੋੜਿਆਂ ਦੀ ਪਰਖ ਵਾਲੇ ਸੌਦਾਗਰਾਂ ਨੇ ਬੰਕੇ ਨੂੰ ਖਰੀਦਣ ਲਈ ਕਈ ਵਾਰੀ ਬੜੀ ਤਕੜੀ ਰਕਮ ਭੇਟਾ ਕਰਨੀ ਚਾਹੀ, ਪਰ ਸੁਆਮੀ ਜੀ ਆਪਣੇ ਘੋੜੇ ਨੂੰ ਵੇਚਣਾ ਆਪਣਾ ਪੁੱਤਰ ਵੇਚਣ ਦੇ ਬਰਾਬਰ ਸਮਝਦੇ ਸਨ ਅਤੇ ਫਿਰ ਘੋੜੇ ਦੇ ਖਰੀਦਦਾਰਾਂ ਨੂੰ ਸ਼ਰਾਬ ਦੇ ਦੇਣ ਦੀ ਧਮਕੀ ਵੀ ਦੇਣ ਲੱਗ ਪਏ ਸਨ। ਘੋੜੇ ਤੋਂ ਜੁਦਾ ਹੋਣਾ ਸੁਆਮੀ ਜੀ ਲਈ ਮੌਤ ਦੇ ਬਰਾਬਰ ਬਣ ਚੁੱਕਾ ਸੀ। ਇੱਕ ਦਿਨ ਕਿਸੇ ਨਗਰ ਦੇ ਵੇਦਾਂਤ ਸਮਾਗਮ ਤੋਂ ਵਿਹਲੇ ਹੋ ਕੇ ਵਾਪਸ ਪਰਤਣ ਲਈ ਗਲੀ ਵਿੱਚ ਬੱਧੇ ਬਾਂਕੇ ਵਾਲੀ ਥਾਂ ਆਏ ਤਾਂ ਘੋੜੇ ਦੀ ਥਾਂ ਇੱਕ ਮਨੁੱਖ ਮੂਧਾ ਹੋਇਆ ਰੱਸੇ ਨਾਲ ਬੱਝਾ ਦੇਖ ਕੇ ਬੜੇ ਹੈਰਾਨ ਹੋਏ। ਸੁਆਮੀ ਜੀ ਨੂੰ ਨੇੜੇ ਆਇਆ ਵੇਖ ਕੇ ਉਸ ਮਨੁੱਖ ਨੇ ਝੱਟ ਉਹਨਾਂ ਦੇ ਚਰਨ ਫੜ ਲਏ ਅਤੇ ਸੰਤ ਮੁਕਤੀ ਦਾਤੇ ਦੀ ਜੈ ਬੋਲਣ ਲੱਗ ਪਿਆ।
ਸੰਤਾਂ ਨੇ ਪਿਆਰ ਨਾਲ ਉਸ ਨੂੰ ਉਠਾ ਕੇ ਉਸ ਦੇ ਗਲ ਵਿੱਚੋਂ ਆਪਣੇ ਘੋੜੇ ਵਾਲਾ ਰੱਸਾ ਲਾਇਆ ਅਤੇ ਉਸ ਤੋਂ ਆਪਣੇ ਬੰਕੇ ਬਾਰੇ ਪੁੱਛਿਆ। ਅੱਗੋਂ ਉਸ ਓਪਰੇ ਮਨੁੱਖ ਨੇ ਉੱਤਰ ਵਿੱਚ ਕਿਹਾ, ਸੰਤ ਮੁਕਤੀ ਦਾਤਾ ਜੀ, ਮੈਂ ਇੱਕ ਹੰਕਾਰੀ ਅਤੇ ਅਮੋੜ ਖਸਲਤਾਂ ਵਾਲਾ ਗੱਭਰੂ ਸਾਂ, ਆਪਣੀ ਆਦਤ ਤੋਂ ਮਜਬੂਰ। ਮੈਂ ਇੱਕ ਦਿਨ ਸ਼ਿਵਾਂ ਦੇ ਅਨੰਨ ਭਗਤ ਸਿੱਧ ਬਾਬਾ ਸ਼ਿਵਨਾਥ ਜੀ ਨੂੰ ਮਾੜੇ ਜਿਹੇ ਟੱਟੂ 'ਤੇ ਚੜ੍ਹੇ ਆਉਂਦਿਆਂ ਵੇਖ ਕੇ ਲੋਕਾਂ ਦੇ ਸਾਹਮਣੇ ਹੀ ਪਖੰਡੀ ਆਖ ਕੇ ਉਹਨਾਂ ਦੀ ਲਮਕਵੀਂ ਤੋਂਦ ਨੂੰ ਮਖੌਲ ਕਰ ਬੈਠਾ। ਉਹਨਾਂ ਨੇ ਮੈਨੂੰ ਘੋੜੇ ਦੀ ਜੂਨੇ ਪੈ ਜਾਣ ਦਾ ਸਰਾਪ ਦੇ ਦਿੱਤਾ। ਮੈਂ ਬੜਾ ਡਰਿਆ ਅਤੇ ਸਿੱਧ ਬਾਬਾ ਜੀ ਦੇ ਚਰਨ ਫੜ ਕੇ ਰਹਿਮ ਦੀ ਭਿਖਿਆ ਮੰਗੀ। ਮੇਰੇ ਤਰਲਿਆਂ ਵਾਲੇ ਪਛਤਾਵੇ 'ਤੇ ਸਿੱਧ ਬਾਬਾ ਜੀ ਨੂੰ ਤਰਸ ਆ ਗਿਆ। ਉਹਨਾਂ ਨੇ ਆਪਣੇ ਸਰਾਪ ਵਿੱਚ ਨਰਮਾਈ ਕਰਦਿਆਂ ਕਿਹਾ ਕਿ ਤੂੰ ਸਵਾਮੀ ਮੁਕਤੀ ਦਾਤਾ ਜੀ ਦੀ ਸਵਾਰੀ ਬਣੇਗਾ। ਜਦੋਂ ਸਵਾਮੀ ਜੀ ਪੂਰੇ ਆਨੰਦ ਨਾਲ ਤੇਰੀ ਸਵਾਰੀ 'ਤੇ 3 ਸਾਲ ਪੂਰੇ ਕਰ ਲੈਣਗੇ ਤਾਂ ਉਸੇ ਘੜੀ ਫੇਰ ਤੂੰ ਮਨੁੱਖ ਬਣ ਜਾਏਗਾ। ਅਗਲੇ ਦਿਨ ਹੀ ਅਚਨਚੇਤ ਮੇਰੀ ਮੌਤ ਹੋ ਗਈ। ਮੇਰਾ ਦੂਜਾ ਜਨਮ ਘੋੜੀ ਦੇ ਪੇਟੋਂ ਹੋਇਆ। ਸੰਤਾਂ ਦਾ ਵਾਕ ਸੱਚਾ ਹੋਣਾ ਸੀ। ਮੈਂ ਵਿਕਦਾ ਵਕਾਂਦਾ ਆਪ ਜੀ ਦੀ ਸੇਵਾ ਵਿੱਚ ਪੁੱਜ ਗਿਆ। ਤੁਹਾਡੀ ਪਵਿੱਤਰ ਸੇਵਾ ਵਾਲਾ ਅੱਜ ਉਹ ਆਖਰੀ ਦਿਨ ਤੇ ਆਖਰੀ ਘੜੀ ਸੀ। ਮੇਰੇ ਭਾਗ ਤਾਂ ਆਪ ਜੀ ਨੇ ਜਗਾਏ ਜੋ ਤੁਸੀਂ ਮੇਰੀ ਸੇਵਾ 'ਤੇ ਪ੍ਰਸੰਨ ਹੋ ਗਏ। ਤੁਹਾਡੀ ਪ੍ਰਸੰਨਤਾ ਅਤੇ ਮਿਹਰ ਨਾਲ ਇਸ ਨਿਮਾਣੇ ਦਾਸ ਨੂੰ ਘੋੜੇ ਦੀ ਜੂਨ ਵਿੱਚੋਂ ਮੁਕਤੀ ਮਿਲ ਗਈ ਹੈ। ਆਪ ਧੰਨ ਹੋ, ਆਪ ਦੀ ਮਹਿਮਾ ਧੰਨ ਹੈ। ਇੰਨੀ ਸੁਣਦਿਆਂ ਸਾਰ ਨਾਲ ਖੜੇ ਸ਼ਰਧਾਲੂਆਂ ਨੇ ਸੰਤ ਮੁਕਤੀ ਦਾਤਾ ਦੀ ਜੈ ਦੇ ਨਾਅਰੇ ਲਾਉਣੇ ਆਰੰਭ ਕਰ ਦਿੱਤੇ। ਰੌਲਾ ਸੁਣ ਕੇ ਹੋਰ ਲੋਕੀ ਵੀ ਆ ਜੁੜੇ। ਹਰ ਪਾਸੇ ਇੱਕ ਕਰਾਮਾਤੀ ਭਾਣੇ ਦੇ ਕਾਰਨ ਸੁਆਮੀ ਦੀ ਜੈ ਜੈਕਾਰ ਹੋ ਰਹੀ ਸੀ। ਸੁਆਮੀ ਜੀ ਨੇ ਉਸ ਘੋੜੇ ਮਨੁੱਖ ਨੂੰ ਦੱਸਿਆ ਕਿ ਸੁਆਮੀ ਬਾਬਾ ਸ਼ਿਵਨਾਥ ਜੀ ਸਾਡੇ ਗੁਰੂ ਭੋਲੇਨਾਥ ਜੀ ਦੇ ਗੁਰੂ ਸਨ, ਇਸ ਲਈ ਅਸੀਂ ਉਹਨਾਂ ਦੇ ਵੀ ਪੁਜਾਰੀ ਹਾਂ। ਸੋ ਤੂੰ ਇਹ ਦੱਸ ਕਿ ਤੇਰੇ ਸਾਕ ਸੰਬੰਧੀ ਕਿਹੜੇ ਪਿੰਡ ਹਨ ਜਾਂ ਹੁਣ ਤੂੰ ਕਿੱਧਰ ਜਾਣਾ ਹੈ। ਮਨੁੱਖ ਸੁਆਮੀ ਜੀ ਦੇ ਪੈਰਾਂ 'ਤੇ ਢਹਿ ਕੇ ਰੋਣੀ ਆਵਾਜ਼ ਵਿੱਚ ਬੋਲਿਆ, ਹੇ ਮੇਰੇ ਮੁਕਤੀ ਦਾਤਾ ਸੁਆਮੀ ਜੀਓ, ਹੁਣ ਮੈਂ ਕਿੱਥੇ ਜਾਣ ਜੋਗਾ ਹਾਂ। ਬਾਕੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਹੀ ਪਿਆ ਰਹਾਂਗਾ। ਹਟਕੋਰੇ ਭਰਦੇ ਹੋਏ ਨੇ। ਜਰਾ ਅਟਕ ਕੇ ਕਿਹਾ, ਉਂਝ ਮੇਰਾ ਪਿੰਡ ਰਿਆਸਤ ਨੇਪਾਲ ਵਿੱਚ ਹੈ। ਜੇ ਕੁਝ ਸਹਾਇਤਾ ਹੋ ਜਾਏ ਤਾਂ ਮੈਂ ਜਾ ਕੇ ਪਤਾ ਕਰ ਆਵਾਂ ਕਿ ਮੇਰੇ ਪਰਿਵਾਰ ਵਿੱਚੋਂ ਕੋਈ ਜਿਉਂਦਾ ਵੀ ਹੈ ਕਿ ਨਹੀਂ। ਸੁਆਮੀ ਜੀ ਦੀ ਇੱਛਾ ਭਾਂਪ ਕੇ ਉਸ ਦੇ ਇੱਕ ਸੇਵਕ ਨੇ 500 ਰੁਪਈਆ ਕੱਢ ਕੇ ਉਸ ਨੂੰ ਫੜਾ ਦਿੱਤੇ। ਫਿਰ ਕੀ ਸੀ, ਉਸ ਘੋੜੇ ਮਨੁੱਖ 'ਤੇ ਨੋਟਾਂ ਦੀ ਵਰਖਾ ਹੋਣ ਲੱਗ ਪਈ। ਕਈ ਜਣੇ ਉਸ ਦੇ ਦਰਸ਼ਨਾਂ ਨੂੰ ਉਤਾਵਲੇ ਹੋ ਅੱਗੇ ਆਉਣ ਤੇ ਸਰਦਾ ਬਣਦਾ ਭੇਟਾ ਕਰਕੇ ਨਾਲ ਹੀ ਉਸ ਘੋੜੇ ਮਨੁੱਖ ਨੂੰ ਮੱਥੇ ਵੀ ਟੇਕੀ ਜਾਣ। ਮਸਾਂ ਹੀ ਲੋਕਾਂ ਦਾ ਚਾਅ ਜ਼ਰਾ ਮੱਠਾ ਹੋਇਆ ਅਤੇ ਸੁਆਮੀ ਜੀ ਤੋਂ ਆਗਿਆ ਲੈ ਕੇ ਨੋਟਾਂ ਦੇ ਥੱਬੇ ਨੂੰ ਸੁਆਮੀ ਜੀ ਤੋਂ ਹੀ ਮਿਲੀ ਚਾਦਰ ਵਿੱਚ ਬੰਨ੍ਹ ਕੇ ਚਾਲੇ ਪਾ ਗਿਆ। ਇਸ ਅਲੋਕਾਰ ਘਟਨਾ ਨੇ ਸੁਆਮੀ ਜੀ ਦੀ ਮਸ਼ਹੂਰੀ ਵਿੱਚ 4 ਚੰਦ ਲਗਾ ਦਿੱਤੇ। ਉਹਨਾਂ ਦੇ ਹਰ ਭਾਸ਼ਣ ਵਿੱਚ ਘੋੜੇ ਦੀ ਮੁਕਤੀ ਵਾਲਾ ਸਾਕਾ ਜ਼ਰੂਰ ਲੋਕ ਸੁਣਦੇ ਸਨ। ਨਵਾਂ ਘੋੜਾ ਖਰੀਦਣ ਦੀ ਸਲਾਹ ਨਾਲ ਸੁਆਮੀ ਮੁਕਤੀ ਦਾਤਾ ਜੀ ਪਸ਼ੂਆਂ ਦੀ ਮੰਡੀ ਵਿੱਚੋਂ ਕੋਈ ਚੰਗਾ ਘੋੜਾ ਖਰੀਦਣ ਲਈ ਸ਼ਹਿਰ ਗਏ। ਸ਼ਰਧਾਲੂਆਂ ਦੀ ਭੀੜ ਨਾਲ ਸੀ। ਜਿਨ੍ਹਾਂ ਠੱਗਾਂ ਨੇ ਸੁਆਮੀ ਜੀ ਦਾ ਘੋੜਾ ਚੁਰਾਇਆ ਸੀ, ਨਾਲੇ 2000 ਤੋਂ ਵੱਧ ਰੁਪਈਏ ਵੀ ਠੱਗ ਲਏ ਸਨ, ਉਹਨਾਂ ਨੇ ਜਾਂਦਿਆਂ ਹੀ ਸੁਦਾਗਰਾਂ ਕੋਲੋਂ ਘੋੜੇ ਦੀ ਵੀ ਚੰਗੀ ਰਕਮ ਜਾ ਵੱਟੀ। ਸਬੱਬ ਨਾਲ ਉਹ ਘੋੜਾ ਵੇਚਣ ਵਾਸਤੇ ਉਸੇ ਮੰਡੀ ਵਿੱਚ ਆਇਆ ਹੋਇਆ ਸੀ। ਘੋੜਿਆਂ ਵਿੱਚ ਬੱਝਾ ਆਪਣਾ ਬਾਂਕਾ ਸੁਆਮੀ ਜੀ ਨੇ ਦੂਰੋਂ ਪਛਾਣ ਲਿਆ। ਮਾਲਕ ਨੂੰ ਪਛਾਣ ਕੇ ਬਾਂਕਾ ਵੀ ਖੌਰੂ ਪਾਉਣ ਲੱਗ ਪਿਆ। ਆਪਣੀ ਮੂਰਖਤਾਈ ਦੀ ਸ਼ਰਮਿੰਦਗੀ ਕਾਰਨ ਸੁਆਮੀ ਜੀ ਮਰਨ ਵਾਲੇ ਹੋ ਗਏ। ਇਸ ਤੋਂ ਪਹਿਲਾਂ ਕਿ ਕਿਸੇ ਸ਼ਰਧਾਲੂ ਨੂੰ ਭਿਣਕ ਪੈ ਜਾਂਦੀ, ਸੁਆਮੀ ਜੀ ਝੱਟ ਹੀ ਕੋਈ ਬਹਾਨਾ ਲਾ ਕੇ ਮੰਡੀ ਵਿੱਚੋਂ ਖਿਸਕ ਆਏ। ਸੋਚਦੇ ਸਨ, ਮੈਂ ਤਾਂ ਮੁਕਤੀ ਦਾਤਾ ਬਣੀ ਬੈਠਾ ਹਾਂ। ਜੇ ਕਿਤੇ ਲੋਕਾਂ ਨੂੰ ਸੂਹ ਮਿਲ ਗਈ ਤਾਂ ਮੇਰੀ ਅੰਤਰ ਆਤਮਾ ਅਤੇ ਭਵਿੱਖਬਾਣੀ ਬੋਲਣ ਵਾਲੇ ਪਖੰਡ ਕਾਰਨ ਮੇਰਾ ਕੀ ਬਣੇਗਾ। ਸੁਆਮੀ ਅਗੜਨਾਥ ਜੀ ਬਦਨਾਮੀ ਤੋਂ ਇੰਨਾ ਘਾਬਰੇ ਕਿ ਰਾਤੋਂ ਰਾਤ ਹੀ ਸਭ ਕੁਝ ਤਿਆਗ ਕੇ ਹਰਿਦੁਆਰ ਗੰਗਾ ਦੇ ਕੰਢੇ ਜਾ ਬਿਰਾਜੇ। ਇਹੀ ਧਾਰ ਲਿਆ ਕਿ ਹੁਣ ਪ੍ਰਾਣ ਇਸੇ ਤੀਰਥ 'ਤੇ ਹੀ ਤਿਆਗਣੇ ਹਨ। ਮਨ ਕਾਮਨਾ ਤੀਰਥ ਦੇਹ ਛੁਟੇ। ਪੰਨਾ 265। ਸੁਆਮੀ ਜੀ ਦੇ ਅਚਨਚੇਤ ਵਿਛੋੜੇ ਨਾਲ ਸ਼ਰਧਾਲੂਆਂ ਨੂੰ ਬੜਾ ਦੁੱਖ ਹੋਇਆ।
ਲੋਕਾਂ ਵਿੱਚ ਹੁਣ ਇਹ ਚਰਚਾ ਛਿੜ ਪਈ ਕਿ ਸੁਆਮੀ ਜੀ ਮਾਇਆ ਮੋਹ ਤੋਂ ਪੂਰੀ ਤਰ੍ਹਾਂ ਨਿਰਲੇਪ ਸਨ। ਕਿੱਡੀ ਹੈਰਾਨੀ ਹੈ ਕਿ ਏਡੀ ਵੱਡੀ ਗੱਦੀ ਪੁਰਾਣੇ ਕੱਪੜਿਆਂ ਵਾਂਗ ਉਤਾਰ ਸੁੱਟੀ ਅਤੇ ਅੰਤਰ ਧਿਆਨ ਹੋ ਗਏ। ਮਾਇਆ ਨਾਲ ਜਰਾ ਮੋਹ ਨਹੀਂ ਕੀਤਾ। ਧੰਨ ਸਨ ਸੁਆਮੀ ਜੀ, ਉਹਨਾਂ ਦੀ ਮਹਿਮਾ ਅਪਾਰ ਸੀ। ਏਡਾ ਕਰਨੀ ਵਾਲਾ ਤਿਆਗੀ ਮਹਾਤਮਾ ਕਲਯੁਗ ਵਿੱਚ ਮਿਲਣਾ ਬੜਾ ਮੁਸ਼ਕਲ ਹੈ। ਫਿਰ ਘੋੜੇ ਤੋਂ ਮਨੁੱਖਾ ਜੂਨ ਵਿੱਚ ਆ ਜਾਣ ਵਾਲੀ ਕਰਾਮਾਤ ਵੀ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਵਾਪਰੀ ਸੀ। ਜਿਨ੍ਹਾਂ ਲੋਕਾਂ ਨੇ ਘੋੜੇ ਤੋਂ ਬਣੇ ਉਸ ਮਨੁੱਖ ਨੂੰ ਮੱਥੇ ਟੇਕੇ ਸਨ ਅਤੇ ਰਕਮਾਂ ਭੇਟਾਂ ਕੀਤੀਆਂ ਸਨ, ਉਹਨਾਂ ਵਿੱਚੋਂ ਕਈ ਤਾਂ ਸਹੁੰਆਂ ਖਾ ਕੇ ਲੋਕਾਂ ਦੀ ਤਸੱਲੀ ਕਰਾਉਂਦੇ ਸਨ। ਸਹੁੰ ਦੇਵੀ ਦੀ, ਜਿਸ ਸਮੇਂ ਘੋੜੇ ਤੋਂ ਮਨੁੱਖ ਬਣ ਜਾਣ ਵਾਲਾ ਮਹੂਰਤ ਆਇਆ ਸੀ, ਉਸ ਸਮੇਂ ਸਬੱਬ ਨਾਲ ਮੈਂ ਬਿਲਕੁਲ ਕੋਲ ਹੀ ਖੜਾ ਸਾਂ। ਪਹਿਲਾਂ ਘੋੜਾ ਜ਼ੋਰ ਨਾਲ ਹਿਣਕਿਆ, ਫਿਰ ਬੜਾ ਕੰਬਿਆ, ਫਿਰ ਅਗਲੇ ਪਲ ਹੀ ਅਸਾਂ ਉਹੀ ਰੱਸਾ ਮਨੁੱਖ ਦੇ ਗਲ ਵਿੱਚ ਪਿਆ ਵੇਖ ਲਿਆ। ਮਨੁੱਖ ਦੀ ਮੂਰਖ ਸ਼ਰਧਾ ਨੇ ਅਜਿਹੇ ਕਈ ਝੂਠ ਬੁਲਾਏ। ਕਈਆਂ ਠੱਗਾਂ ਨੂੰ ਕਰਾਮਾਤੀ ਸੰਤ ਅਤੇ ਸਾਧ, ਕਈਆਂ ਨੂੰ ਸਿੱਧ ਬਾਬੇ, ਕਈਆਂ ਨੂੰ ਪੀਰ ਤੇ ਕਈਆਂ ਨੂੰ ਦੇਹਧਾਰੀ ਭਗਵਾਨ ਬਣਾ ਦਿੱਤਾ। ਇੱਕ ਵਾਰੀ ਸੁਆਮੀ ਜੀ ਦੇ ਪੁਰਾਣੇ ਸ਼ਰਧਾਲੂਆਂ ਵਿੱਚੋਂ ਕੋਈ ਪਰਿਵਾਰ ਆਪਣੇ ਕਿਸੇ ਬਜ਼ੁਰਗ ਦੇ ਫੁੱਲ ਤਾਰਨ ਅਥਵਾ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਿਆ। ਉਹਨਾਂ ਨੇ ਆਪਣੀ ਮੁਕਤੀ ਦਾਤਾ ਜੀ ਨੂੰ ਪਛਾਣ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਸੁਆਮੀ ਮੁਕਤੀ ਦਾਤਾ ਜੀ ਦੀ ਜੈ ਜੈਕਾਰ ਦੇ ਜੈਕਾਰੇ ਗੂੰਜਣ ਲੱਗ ਪਏ। ਕਈ ਸਥਾਨਕ ਲੋਕ ਵੀ ਆ ਜੁੜੇ। ਪੁਰਾਣੇ ਸ਼ਰਧਾਲੂਆਂ ਨੇ ਮਨੁੱਖ ਤੋਂ ਘੋੜਾ ਬਣ ਜਾਣ ਵਾਲੀ ਕਰਾਮਾਤ ਦੇ ਅੱਖੀਂ ਵੇਖੇ ਹਾਲ ਅਜਿਹੇ ਗੰਢ ਤੋਪ ਨਾਲ ਸੁਣਾਏ ਕਿ ਸਾਰੇ ਲੋਕ ਸੁਆਮੀ ਮੁਕਤੀ ਦਾਤਾ ਜੀ ਦੀ ਜੈ ਬੋਲਣ ਲੱਗ ਪਏ। ਇਹ ਖਬਰ ਸਾਰੇ ਹਰਿਦੁਆਰ ਵਿੱਚ ਅੱਗ ਵਾਂਗ ਫੈਲ ਗਈ। ਦਰਸ਼ਕਾਂ ਦੀ ਭੀੜ ਮੁੱਕਣ ਵਿੱਚ ਨਾ ਆਵੇ। ਨਵੇਂ ਚਾਅ ਵਾਲੇ ਸ਼ਰਧਾਲੂਆਂ ਨੇ ਸੰਤ ਮੁਕਤੀ ਦਾਤਾ ਆਸ਼ਰਮ ਬਣਾ ਕੱਢਿਆ। ਪਾਲਕੀ ਮੰਗਾ ਕੇ ਸੰਤ ਜੀ ਨੂੰ ਚੁੱਕਿਆ ਤੇ ਵਾਜਿਆਂ ਗਾਜਿਆਂ ਨਾਲ ਆਸ਼ਰਮ ਵਿੱਚ ਪ੍ਰਵੇਸ਼ ਜਾ ਕਰਾਇਆ। ਹਰ ਇੱਕ ਸ਼ਰਧਾਲੂ ਦੇ ਮਨ ਵਿੱਚ ਇਹੀ ਇੱਛਾ ਜ਼ੋਰ ਫੜ ਰਹੀ ਸੀ ਕਿ ਸੁਆਮੀ ਜੀ ਉਸ ਦੀ ਪਿੱਠ 'ਤੇ ਸਵਾਰ ਹੋ ਕੇ ਉਸ ਦੇ ਘਰ ਭੋਜਨ ਪਾਉਣ ਲਈ ਮੰਨ ਜਾਣ ਤੇ ਘੋੜੇ ਵਾਂਗ ਉਸ ਦਾ ਵੀ ਉਧਾਰ ਹੋ ਜਾਵੇ। ਜਿਸ ਮਹਾਂਪੁਰਖ ਦੀ ਸਵਾਰੀ ਘੋੜੇ ਤੋਂ ਮਨੁੱਖ ਬਣ ਸਕਦੀ ਹੈ, ਉਹੀ ਸੁਆਮੀ ਜੀ ਕਿਤੇ ਮਨੁੱਖ ਦੀ ਪਿੱਠ 'ਤੇ ਸਵਾਰੀ ਕਰ ਲੈਣ ਤਾਂ ਮਨੁੱਖ ਤੋਂ ਦੇਵਤਾ ਬਣ ਜਾਣਾ ਅਤੇ ਇਸਤਰੀ ਤੋਂ ਦੇਵੀ ਜਾਂ ਘੱਟੋ ਘੱਟ ਪਰੀ ਬਣ ਜਾਣਾ ਕਿਹੜੀ ਵੱਡੀ ਗੱਲ ਹੈ। ਮਨੁੱਖ ਦੀ ਪਿੱਠ ਭਲਾ ਘੋੜੇ ਦੀ ਪਿੱਠ ਵਾਲਾ ਆਨੰਦ ਕਿਵੇਂ ਦੇ ਸਕਦੀ ਸੀ। ਆਖਰ ਸੁਆਮੀ ਜੀ ਨੇ ਆਪਣੇ ਅਧਿਕਾਰਾਂ ਵਿੱਚ ਵਾਧਾ ਕਰ ਲਿਆ। ਸ਼ਰਧਾਲੂਆਂ ਨੂੰ ਕਹਿ ਦਿੱਤਾ, ਜਿਹੜਾ ਪਰਿਵਾਰ ਉਹਨਾਂ ਨੂੰ ਪਾਲਕੀ ਵਿੱਚ ਚੁੱਕ ਕੇ ਲੈ ਜਾਇਆ ਕਰੇਗਾ, ਉਸ ਸਾਰੇ ਪਰਿਵਾਰ ਦੇ ਪਿਛਲੇ ਸਾਰੇ ਪਾਪ ਨਾਸ ਹੋ ਜਾਣਗੇ ਅਤੇ ਮੁਕਤ ਪਦਾਰਥ ਵੀ ਸਾਰਿਆਂ ਨੂੰ ਮਿਲਿਆ ਕਰੇਗਾ। ਲੋਕਾਂ ਨੇ ਵਧੀਆ ਤੋਂ ਵਧੀਆ ਪਾਲਕੀਆਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ। ਗੱਲ ਕੀ ਸੁਆਮੀ ਜੀ ਦੀ ਗੱਦੀ ਅਜਿਹੀ ਚੱਲੀ ਕਿ ਜਿਹੜੇ ਲੋਕ ਦੂਰੋਂ ਵੀ ਹਰਿਦੁਆਰ ਆਇਆ ਕਰਦੇ ਸਨ, ਉਹ ਸਾਰੇ ਮੁਕਤੀ ਦਾਤਾ ਜੀ ਦੇ ਆਸ਼ਰਮ ਦੀ ਯਾਤਰਾ ਜ਼ਰੂਰ ਕਰਦੇ ਸਨ। ਗਿਆਨ ਸਿੰਘ ਜੀ ਡੇਰੇਦਾਰਾਂ ਦੀ ਸ਼ੋਭਾ ਖਿੱਲਰ ਕੇ ਉਹਨਾਂ ਦੇ ਸ਼ਰਧਾਲੂਆਂ ਦੀ ਭਰਤੀ ਵਧਣ ਦਾ ਕਾਰਨ ਤੁਸਾਂ ਪੁੱਛਿਆ ਸੀ। ਆਸ ਹੈ ਆਪ ਜੀ ਨੂੰ ਚਾਨਣਾ ਹੋ ਗਿਆ ਹੋਵੇਗਾ। ਕਥਾ ਭਾਵੇਂ ਸੱਚੀ ਹੈ ਜਾਂ ਝੂਠੀ, ਪਰ ਥੋੜ੍ਹੇ ਬਹੁਤੇ ਫੇਰ ਬਦਲ ਨਾਲ ਵਰਤਦਾ ਹਰ ਥਾਂ ਇਹੀ ਕੁਝ ਹੈ। ਗਿਆਨ ਸਿੰਘ, ਧੰਨਵਾਦ ਹੈ ਆਪ ਜੀ ਨੇ ਦਾਸ ਦੀ ਇੱਛਾ ਪੂਰੀ ਕਰਨ ਲਈ ਇੰਨਾ ਸਮਾਂ ਬਖਸ਼ਿਆ ਅਤੇ ਅਨਮੋਲ ਰਤਨਾਂ ਨਾਲ ਮਾਲਾ ਮਾਲ ਕਰ ਦਿੱਤਾ ਹੈ। ਰੱਜ ਤੇ ਨਹੀਂ ਹੁੰਦਾ, ਦਿਲ ਤਾਂ ਕਰਦਾ ਹੈ ਆਪ ਜੀ ਨਾਲ ਗੁਰਬਾਣੀ ਵਿਚਾਰ ਕਰਦਿਆਂ ਹੀ ਬਾਕੀ ਉਮਰ ਗੁਜ਼ਰੇ, ਪਰ ਸੰਸਾਰੀ ਬੰਧਨਾਂ ਵਿੱਚ ਬੱਝੇ ਮਜਬੂਰ ਹਾਂ। ਇੰਨੇ ਨੂੰ ਸ਼ਾਹ ਵੇਲੇ ਬ੍ਰੇਕਫਾਸਟ ਦਾ ਸੱਦਾ ਆ ਗਿਆ। ਗਿਆਨ ਸਿੰਘ ਫਤਿਹ ਬੁਲਾ ਕੇ ਚਲਾ ਗਿਆ। ਪ੍ਰਸ਼ਾਦਾ ਛਕ ਕੇ ਗੁਰਦਿਆਲ ਸਿੰਘ ਆਪਣੇ ਮਾਮਾ ਜੀ ਕੋਲ ਗਿਆ ਅਤੇ ਜਾਣ ਦੀ ਆਗਿਆ ਮੰਗੀ। ਝੰਡਾ ਸਿੰਘ ਨੇ ਪਹਿਲਾਂ ਵਾਂਗ ਉਸ ਨੂੰ ਰੋਕਣ ਅਥਵਾ ਕਾਹਲੀ ਨਾਲ ਮੁੜਨ ਦੀ ਕੋਈ ਗੱਲ ਨਾ ਕੀਤੀ। ਉਂਝ ਭੋਗ 'ਤੇ ਆਉਣ ਲਈ ਬੜੇ ਪਿਆਰ ਨਾਲ ਤਾਕੀਦ ਕੀਤੀ, ਪਰ ਗੁਰਦਿਆਲ ਸਿੰਘ ਨੇ ਸਿਰਫ ਅਖੰਡ ਪਾਠ ਦੇ ਭੋਗ 'ਤੇ ਹੀ ਪੁੱਜ ਸਕਣ ਵੱਲੋਂ ਦੱਸ ਕੇ ਫਤਿਹ ਬੁਲਾਈ ਅਤੇ ਰਸੋਈ ਘਰ ਵਿੱਚ ਮਾਮੀ ਜੀ ਨੂੰ ਫਤਿਹ ਬੁਲਾਉਣ ਚਲਾ ਗਿਆ। ਬੀਬੀ ਸ਼ਾਮੋ ਨੇ ਉੱਠ ਕੇ ਬੜੇ ਪਿਆਰ ਅਤੇ ਸਨੇਹ ਨਾਲ ਉਸ ਨੂੰ ਛੇਤੀ ਆਉਣ ਦੀ ਤਾਕੀਦ ਕੀਤੀ। ਇਹ ਵੀ ਕਿਹਾ ਕਿ ਜਾਂਦਿਆਂ ਹੀ ਬੀਬੀ ਜੀ ਨਿਰਮਲ ਕੌਰ ਨੂੰ ਜ਼ਰੂਰ ਭੇਜ ਦੇਵੇ।
ਬੀਬੀ ਸ਼ਾਮੋ ਕੋਲੋਂ ਵਿਦਾ ਹੋ ਕੇ ਜਦ ਗੁਰਦਿਆਲ ਸਿੰਘ ਆਪਣਾ ਸਮਾਨ ਸਕੂਟਰ ਦੇ ਪਿੱਛੇ ਬੰਨ੍ਹ ਰਿਹਾ ਸੀ ਕਿ ਇੰਨੇ ਨੂੰ ਗਿਆਨ ਸਿੰਘ ਵਿਹਲਾ ਹੋ ਕੇ ਭਾਈ ਈਸ਼ਰ ਸਿੰਘ ਦੇ ਨਾਲ ਗੁਰਦਿਆਲ ਸਿੰਘ ਨੂੰ ਤੋਰਨ ਲਈ ਆ ਗਿਆ। ਸਕੂਟਰ ਗਿਆਨ ਸਿੰਘ ਨੇ ਫੜ ਲਿਆ ਅਤੇ ਤਿੰਨੇ ਸੱਤ ਸੰਗੀ ਬਾਹਰ ਪੱਕੀ ਗਲੀ ਵਿੱਚ ਆ ਗਏ। ਗੁਰਦਿਆਲ ਸਿੰਘ ਨੇ ਤੜਕੇ ਤੋਂ ਸੰਤ ਕੁਟੀਆ ਵਿੱਚ ਵੜੀ ਉਸ ਬੀਬੀ ਬਾਰੇ ਪੁੱਛ ਲਿਆ ਕਿ ਸੰਤ ਕੁਟੀਆ ਵਿੱਚ ਇਹ ਕਿਵੇਂ ਜਾ ਵੜੀ, ਕੀ ਉਹ ਸੰਤਾਂ ਦੀ ਪਤਨੀ ਹੈ? ਗਿਆਨ ਸਿੰਘ ਤਾਂ ਕੁਝ ਨਾ ਬੋਲਿਆ, ਪਰ ਈਸ਼ਰ ਸਿੰਘ ਨੇ ਉੱਤਰ ਦਿੰਦਿਆਂ ਕਿਹਾ, ਈਸ਼ਰ ਸਿੰਘ, ਇਹ ਬੀਬੀ ਸੰਤਾਂ ਨੇ ਉਚੇਚੇ ਤੌਰ 'ਤੇ ਨਾਹਰ ਸਿੰਘ ਸੇਵਾਦਾਰ ਨੂੰ ਭੇਜ ਕੇ ਜਵੰਦੇ ਪਿੰਡੋਂ ਮੰਗਵਾਈ ਹੈ। ਇਸ ਦਾ ਨਾਮ ਪ੍ਰੀਤੋ ਹੈ। ਬੜੀ ਪੰਕਾਰ ਜ਼ਨਾਨੀ ਹੈ। ਸੰਤਾਂ ਦੀ ਖਾਸ ਪ੍ਰੇਮਣ ਅਤੇ ਭੇਤਣ ਹੈ। ਪਤਾ ਲੱਗਾ ਹੈ ਕਿ ਬੀਬੀ ਸ਼ਾਮੋ ਨੂੰ ਇਸੇ ਨੇ ਹੀ ਸੰਤਾਂ ਦੀ ਦੱਸ ਪਾਈ ਸੀ। ਕਿਸੇ ਕਾਰੇ 'ਤੇ ਆਈ ਹੈ। ਵੇਖੋ ਕੀ ਭਾਣਾ ਵਰਤਦਾ ਹੈ। ਸਰਦਾਰ ਜੀ, ਤੁਹਾਡੇ ਵਿਚਾਰ ਸੁਣ ਕੇ ਦਾਸ ਦੇ ਵੀ ਸਾਰੇ ਭੁਲੇਖੇ ਦੂਰ ਹੋ ਗਏ ਹਨ। ਦਾਸ ਨੂੰ ਵੀ ਸਾਧਾਂ ਦਾ ਇਹ ਡੇਰਾ ਇੱਕ ਭੂਤ ਖੇਲ ਬਣਿਆ ਨਜ਼ਰ ਆਉਣ ਲੱਗ ਪਿਆ ਹੈ। ਮੈਨੂੰ ਤੁਹਾਡੇ ਇਸ ਘਰ ਬਾਰੇ ਬਹੁਤ ਬੜੀ ਚਿੰਤਾ ਲੱਗ ਗਈ ਹੈ। ਇਹੀ ਅਰਦਾਸ ਹੈ ਕਿ ਸਤਿਗੁਰ ਜੀ ਆਪ ਸਹਾਈ ਹੋ ਕੇ ਆਪ ਜੀ ਦੇ ਭੋਲੇ ਭਾਲੇ ਮਾਮਾ ਮਾਮੀ ਦਾ ਮਾਣ ਤੇ ਇੱਜ਼ਤ ਬਣਾਈ ਰੱਖਣ। ਗੁਰਦਿਆਲ ਸਿੰਘ, ਭਾਈ ਸਾਹਿਬ ਜੀ, ਤੁਹਾਡੇ ਹਿਰਦੇ ਵਿੱਚ ਆਪਣੇ ਬਾਰੇ ਪ੍ਰੇਮ ਅਤੇ ਹਮਦਰਦੀ ਵੇਖ ਕੇ ਦਾਸ ਆਪ ਜੀ ਦਾ ਰਿਣੀ ਹੈ। ਸਤਿਗੁਰੂ ਆਪ ਜੀ ਦੀ ਅਰਦਾਸ ਸੁਣ ਲੈਣ ਅਤੇ ਇਸ ਘਰ ਦੀ ਪੱਤ ਬਚਾਈ ਰੱਖਣ ਤਾਂ ਸਤਿਗੁਰਾਂ ਦੀ ਉਚੇਚੀ ਕਿਰਪਾਲਤਾ ਹੋਏਗੀ। ਹੁਣ ਜਿਸ ਘਰ ਵਿੱਚ ਦਾਸ ਨੇ ਆਪਣੇ ਸਤਿਗੁਰਾਂ ਦਾ ਜੋ ਤਿਰਸਕਾਰ ਹੁੰਦਾ ਵੇਖਿਆ ਅਤੇ ਅਨੁਭਵ ਕੀਤਾ ਹੈ, ਉਸ ਅਨੁਸਾਰ ਤਾਂ ਅਸੀਂ ਉਹਨਾਂ ਦੀ ਕਿਰਪਾ ਦੇ ਜ਼ਰਾ ਵੀ ਪਾਤਰ ਨਹੀਂ ਹਾਂ। ਮਾਮਾ ਜੀ ਦਾ ਹਿਰਦਾ ਕਪਟ ਤੋਂ ਰਹਿਤ ਹੈ ਅਤੇ ਹਰ ਮਨੁੱਖ 'ਤੇ ਭਰੋਸਾ ਕਰ ਲੈਣਾ ਉਹਨਾਂ ਦਾ ਸੁਭਾਅ ਹੈ। ਮਾਮੀ ਜੀ ਅਨਪੜ੍ਹ ਹਨ ਅਤੇ ਉਹਨਾਂ ਦੇ ਸਾਰੇ ਵਜੂਦ ਨੂੰ ਪੁੱਤਰ ਦੀ ਭੁੱਖ ਨੇ ਮੱਲਿਆ ਹੋਇਆ ਹੈ। ਇਸ ਵਿੱਚ ਮੈਨੂੰ ਜ਼ਰਾ ਸ਼ੱਕ ਨਹੀਂ ਹੈ ਕਿ ਮਾਮੀ ਜੀ ਆਚਰਨ ਦੇ ਸੋਚੇ ਹਨ, ਪਰ ਇਸ ਮਦਾਰੀ ਸਾਧ ਕੋਲੋਂ ਦਾਸ ਦਾ ਮਨ ਵੀ ਘਾਬਰਦਾ ਹੈ। ਆਖਰ ਮਾਮੀ ਜੀ ਗਿਆਨਹੀਣ ਇੱਕ ਅਬਲਾ ਹੀ ਤਾਂ ਹਨ। ਮੈਂ ਵੱਡੇ ਭਾਗਾਂ ਵਾਲਾ ਹਾਂ ਜੋ ਇੱਥੇ ਆਏ ਨੂੰ ਦੋ ਗੁਰਮੁਖ ਸੱਜਣ ਮਿਲ ਗਏ ਹਨ। ਮੇਰਾ ਇੱਥੇ ਅਟਕਣਾ ਇਸੇ ਕਰਕੇ ਠੀਕ ਨਹੀਂ ਕਿਉਂਕਿ ਇਸ ਕੁਟਲ ਬੁੱਧੀ ਸਾਧ ਨੇ ਮਾਮਾ ਜੀ ਦੇ ਮਨ ਵਿੱਚ ਮੇਰੇ ਵਿਰੁੱਧ ਗਲਤ ਭਾਵਨਾ ਬਣਾ ਦਿੱਤੀ ਹੈ। ਤੁਸਾਂ ਖਿਆਲ ਰੱਖਣਾ, ਕੋਈ ਖਤਰੇ ਵਾਲੀ ਗੰਭੀਰ ਗੱਲ ਸਮਝੋ ਤਾਂ ਦਾਸ ਨੂੰ ਖਬਰ ਪਹੁੰਚਾ ਦੇਣਾ, ਬਾਕੀ ਸਤਿਗੁਰਾਂ ਦੇ ਹਵਾਲੇ। ਹੋਰ ਜ਼ਰੂਰੀ ਗੱਲ ਇਹ ਹੈ ਕਿ ਤੁਸਾਂ ਆਪਣੇ ਆਪ ਨੂੰ ਪਹਿਲਾਂ ਵਾਂਗ ਹੀ ਰੱਖਣਾ ਹੈ। ਡੇਰੇ ਦਾ ਹੋਰ ਸੇਵਾਦਾਰ ਤੁਹਾਡੇ ਅੰਦਰ ਉਪਜੀ ਦਾਸ ਬਾਰੇ ਹਮਦਰਦੀ ਨੂੰ ਕਿਸੇ ਹਾਲਤ ਵਿੱਚ ਵੀ ਨਾ ਤਾੜ ਸਕੇ। ਗੁਰਦਿਆਲ ਸਿੰਘ ਨੇ ਫਤਿਹ ਬੁਲਾਈ ਅਤੇ ਸਕੂਟਰ ਤੋਰ ਲਿਆ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 8ਵੇਂ ਕਾਂਡ ਦਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।